ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਕੁਝ ਖਾਸ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਜਿਹੜੇ 8-10 ਮਾਮਲੇ ਜਿਨ੍ਹਾਂ ਦੇ ਉੱਤੇ ਕੈਨੇਡਾ ਦੇ ਵਿੱਚ ਚਰਚਾ ਹੁੰਦੀ ਰਹੀ ਹੈ, ਉਹ ਰੋਜ਼ਾਨਾ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਅੱਜ ਨਵੰਬਰ ਮਹੀਨੇ ਦਾ ਆਖਰੀ ਦਿਨ ਆ। ਨਵੰਬਰ ਮਹੀਨੇ ਨੂੰ ਮਵੰਬਰ ਵੀ ਕਿਹਾ ਜਾਂਦਾ, ਐਮ ਦੇ ਨਾਲ ਮਵੰਬਰ। ਉਹ ਕਿਉਂ ਕਿਹਾ ਜਾਂਦਾ ਤੇ ਅੱਜ ਕਿਹੜੀ ਗੱਲ ਕਿਹੜੀ ਕੈਂਪੇਨ ਖਤਮ ਹੋ ਰਹੀ ਉਹਦੇ ਬਾਰੇ ਗੱਲਬਾਤ ਕਰਨੀ ਹੈ। ਲੋਅਰ ਮੇਨਲੈਂਡ ਦੇ ਵਿੱਚ ਬਰਫ਼ਬਾਰੀ ਨੇ ਜੀਵਨ ਅਸਤ ਵਿਅਸਤ ਕੀਤਾ, ਉਹਦੇ ਬਾਰੇ ਗੱਲਬਾਤ ਕਰਾਂਗੇ। ਅਜੇ ਵੀ ਹਾਲਤ ਜਿਹੜੇ ਬਹੁਤੇ ਚੰਗੇ ਨਹੀਂ ਆ। ਕ੍ਰਿਸਮਸ ਨੇੜੇ ਆ ਰਹੀ ਹੈ ਤੇ ਇਸ ਵਾਰੀ ਕ੍ਰਿਸਮਸ ਟਰੀ ਪਹਿਲਾਂ ਨਾਲੋਂ ਮਹਿੰਗੇ ਆ। ਕੀ ਕਾਰਨ ਆ, ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਚੀਨ ਤੇ ਕੈਨੇਡਾ ਦਾ ਫਿਰ ਥੋੜ੍ਹਾ ਜਿਹਾ ਰੌਲਾ ਰੱਪਾ ਪਿਆ ਆਪਸ ਦੇ ਵਿੱਚ, ਕੁਝ ਰਿਪੋਰਟਾਂ ਸਾਹਮਣੇ ਆਈਆਂ ਆ। ਬਹੁਤ ਸਮਾਂ ਪਹਿਲਾਂ ਤੁਹਾਡੇ ਨਾਲ ਅਸੀਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਹਫ਼ਤੇ ਦੇ ਵਿੱਚ ਦਿਨ ਹੁਣ 4 ਦਿਨ ਲੋਕ ਕੰਮ ਕਰਨਾ ਚਾਹੁੰਦੇ। ਇਹਦੇ ਸੰਬੰਧੀ ਦੁਨੀਆ ਦੇ ਵਿੱਚ ਇੱਕ ਟਰਾਇਲ ਚੱਲ ਰਿਹਾ ਕਿ 5 ਦਿਨ ਦੀ ਬਜਾਏ ਲੋਕ 4 ਦਿਨ ਕੰਮ ਕਰਨ। ਉਹਦੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ। ਅੰਟੈਰੀਓ ਤੋਂ ਖਬਰ ਆ ਰਹੀ ਹੈ ਕਿ ਉੱਥੇ ਵੈਕਸੀਨ ਬਹੁਤ ਸਾਰੀ ਵੇਸਟ ਹੋ ਗਈ ਆ, ਮਤਲਬ ਉਹ ਕੰਮ ਹੀ ਨਹੀਂ ਆਈ, ਕਿਸੇ ਨੇ ਇੱਦਾਂ ਹੀ ਸਿੱਟ ਦਿੱਤੀ। ਉਹ ਵੈਨਕੂਵਰ ਦੇ ਵਿੱਚ ਨਸ਼ਾ ਤਸਕਰਾਂ ਉੱਪਰ ਚਾਰਜ ਲੱਗੇ ਆ ਤੇ ਵੈਨਕੂਵਰ ਦੇ ਵਿੱਚ ਇੱਕ ਖਬਰ ਇਹ ਆ ਕਿ ਪ੍ਰੋਪਰਟੀ ਟੈਕਸ ਆਉਣ ਵਾਲੇ ਸਮੇਂ ਵਿੱਚ ਵੱਧ ਸਕਦਾ ਕਿਉਂਕਿ ਜ਼ਿਆਦਾ ਪੁਲਿਸ ਵਾਲੇ ਉਹ ਹਾਇਰ ਕਰ ਰਹੇ ਆ। ਅੱਜ ਬੁੱਧਵਾਰ ਨੂੰ 30 ਨਵੰਬਰ ਤੇ ਇਸ ਦਿਨ ਮੋਵੰਬਰ ਕੈਂਪੇਨ ਦਾ ਅੰਤ ਹੋ ਜਾਂਦਾ। ਮੋਵੰਬਰ ਐਮ ਦੇ ਨਾਲ, MOVEMBER। ਮੋਵੰਬਰ ਦਾ ਮਤਲਬ ਕੀ ਹੁੰਦਾ ਕਿ ਲੋਕ ਜਿਹੜੇ ਬਹੁਤ ਸਾਰੇ ਇਸ ਮਹੀਨੇ ਦੇ ਵਿੱਚ ਮੁੱਛਾਂ ਰੱਖਦੇ ਆ। ਆਮ ਤੌਰ ਤੇ ਸਾਰੇ ਲੋਕ ਸ਼ੇਵ ਕਰਦੇ, ਬਹੁਤੇ ਲੋਕ ਜਿਹੜੇ ਸ਼ੇਵ ਕਰਦੇ ਆ ਇੱਥੇ ਨਵੰਬਰ ਮਹੀਨੇ ਦੇ ਵਿੱਚ ਜਾ ਕੇ ਉਹ ਮੌਸਚੇਚਿਸ ਮੁੱਛਾਂ ਰੱਖਣੀਆਂ ਸ਼ੁਰੂ ਕਰ ਦਿੰਦੇ ਆ ਤੇ ਉਹਦੇ ਨਾਲ ਫਿਰ ਇੱਕ ਅਵੇਅਰਨੈਸ ਫੈਲਾਈ ਜਾਂਦੀ ਆ ਮੈਨਜ਼ ਹੈਲਥ ਦੇ ਬਾਰੇ। ਪੁਰਸ਼ਾਂ ਦੀ, ਮਰਦਾਂ ਦੀ ਸਿਹਤ ਦੇ ਸੰਬੰਧੀ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ। 1 ਨਵੰਬਰ ਤੋਂ ਸ਼ੁਰੂ ਹੋਈ ਸੀ, ਅੱਜ 30 ਨਵੰਬਰ ਤੱਕ ਇਹ ਚੱਲੀ ਆ। ਵੈਸੇ ਤਾਂ ਸਾਰਾ ਸਾਲ ਹੀ ਹੁੰਦੀ ਆ, ਪਰ ਇਸ ਮਹੀਨੇ ਦੇ ਵਿੱਚ ਖਾਸ ਤੌਰ 'ਤੇ ਯਤਨ ਕੀਤੇ ਜਾਂਦੇ ਆ, ਫੰਡ ਰੇਜ਼ ਕੀਤੇ ਜਾਂਦੇ ਆ ਜਿਹੜੀ ਮੈਨਜ਼ ਹੈਲਥ ਦੇ ਲਈ। ਕਿ ਦੁਨੀਆ ਦੇ ਵਿੱਚ ਆਮ ਤੌਰ 'ਤੇ ਕਿਹਾ ਜਾਂਦਾ ਕਿ ਔਰਤਾਂ ਪਿੱਛੇ ਰਹਿ ਗਈਆਂ ਜਾਂ ਔਰਤਾਂ ਬਰਾਬਰ ਨਹੀਂ ਆ, ਇਹਨਾਂ ਦੇ ਅਧਿਕਾਰ ਬਰਾਬਰ ਨਹੀਂ ਆ। ਬੜਾ ਲੰਬਾ ਸਮਾਂ ਇਹਨਾਂ ਨੂੰ ਪਿੱਛੇ ਰੱਖਿਆ ਗਿਆ ਤੇ ਹੁਣ ਉਹ ਬਰਾਬਰ ਹੋ ਰਹੀਆਂ ਆ ਤੇ ਉਹਨਾਂ ਦੇ ਹੱਕਾਂ, ਉਹਨਾਂ ਦੇ ਅਧਿਕਾਰਾਂ ਦੀ ਗੱਲਬਾਤ ਕੀਤੀ ਜਾਂਦੀ ਆ। ਇਸ ਮਹੀਨੇ ਦੇ ਵਿੱਚ ਜਿਹੜੇ ਪੁਰਸ਼ ਨੇ, ਮੇਲ ਨੇ, ਮੈਨ ਨੇ, ਉਹਨਾਂ ਦੇ ਹੱਕਾਂ ਦੀ ਗੱਲਬਾਤ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਨਾਲ ਵੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਧੱਕਾ ਹੁੰਦਾ ਜਾਂ ਇਹਨਾਂ ਦੇ ਜਿਹੜੇ ਹੈਲਥ ਦੇ ਇਸ਼ੂਜ਼ ਨੇ ਬਹੁਤ ਸਾਰੇ, ਉਹਨਾਂ ਨੂੰ ਡਿਸਕਸ ਕੀਤਾ ਜਾਂਦਾ। ਕਿਉਂ ਜਿਹੜੀ ਇਹਨਾਂ ਦੇ ਨਾਲ, ਮਤਲਬ ਦੁਨੀਆ ਦੀਆਂ ਜੇਲ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਪੁਰਸ਼ ਨੇ। ਸੁਸਾਈਡ ਪੁਰਸ਼ ਜ਼ਿਆਦਾ ਕਰਦੇ ਆ, ਮੈਂਟਲ ਪ੍ਰੋਬਲਮਸ ਜਿਹੜੀਆਂ ਮਰਦਾਂ ਦੀਆਂ ਜ਼ਿਆਦਾ ਆ। ਉਮਰ ਜਿਹੜੀ ਆ ਐਵਰੇਜ ਏਜ ਕੱਢਣੀ ਹੋਵੇ ਔਰਤਾਂ ਤੇ ਮਰਦਾਂ ਦੇ ਮੁਕਾਬਲੇ ਮਰਦਾਂ ਦੀ ਘੱਟ ਆ। ਵੀ ਇਹ ਸਾਰਾ ਕੁਝ ਕਿਤੇ ਨਾ ਕਿਤੇ ਇਹਨੂੰ ਜਾਗਰੂਕਤਾ ਫੈਲਾਉਣ ਦੇ ਲਈ ਵੀ ਇਹ ਵੀ ਉਹਨਾਂ ਦੇ ਬਰਾਬਰ ਹੋ ਸਕਣੇ ਮੋਵੰਬਰ ਮਨਾਇਆ ਜਾਂਦਾ। ਤੇ ਇਹਦੇ ਵਿੱਚ ਜਿਹੜੇ ਲੋਕ ਆਪਣੀਆਂ ਮੁੱਛਾਂ ਰੱਖਦੇ ਆ ਨਵੰਬਰ ਮਹੀਨੇ ਦੇ ਵਿੱਚ, ਇੱਥੇ ਅਵੇਅਰਨੈਸ ਕਰਦੇ ਆ। ਜਦੋਂ ਕੋਈ ਪੁੱਛਦਾ ਵੀ ਤੁਸੀਂ ਵੈਸੇ ਤਾਂ ਸ਼ੇਵ ਕਰਦੇ ਹੁਣ ਮੁੱਛਾਂ ਕਿਉਂ ਰੱਖੀਆਂ, ਤੇ ਉਹ ਦੱਸਦਾ ਵੀ ਇਹ ਮੋਵੰਬਰ ਕੈਂਪੇਨ ਕਰਕੇ ਆ। ਸੋ ਮੋਵੰਬਰ ਕੈਨੇਡਾ ਅੱਜ ਜਿਹੜੀ ਆ ਇਹ ਖਤਮ ਹੋ ਗਈ, ਜਿਹੜੀ ਕੈਂਪੇਨ ਸੀਗੀ ਤੇ ਲੰਬਾ ਸਮਾਂ ਇਹ ਚੱਲਦੀ ਆ। ਤੇ ਇਹਦੇ ਵਿੱਚ ਜਿਹੜਾ ਟੈਸਟੀਕੂਲਰ ਕੈਂਸਰ ਆ, ਖਾਸ ਕਰਕੇ ਪ੍ਰੋਸਟੇਟਸ ਤੇ ਟੈਸਟੀਕੂਲਰ ਕੈਂਸਰ ਜਿਹੜਾ ਸਿਰਫ ਮਰਦਾਂ ਦੇ ਵਿੱਚ ਹੁੰਦਾ, ਉਹਦੇ ਪ੍ਰਤੀ ਅਵੇਅਰਨੈਸ ਦਿੱਤੀ ਜਾਂਦੀ ਆ। ਤੇ ਜਿਹੜੇ ਮਤਲਬ ਜਿੰਨੀ ਕੈਨੇਡਾ ਦੇ ਵਿੱਚ ਲੋਕ ਸੁਸਾਈਡ ਕਰਦੇ ਉਹ 'ਚੋਂ 75% ਆਦਮੀ ਕਰਦੇ ਆ, ਪੁਰਸ਼ ਕਰਦੇ ਆ, ਮੈਨ ਕਰਦੇ ਆ। ਤੇ ਜਿਹੜਾ 8 ਦੇ ਵਿੱਚੋਂ 1 ਮੇਲ ਆ ਇਸ ਵੇਲੇ ਕੈਨੇਡਾ ਦੇ ਵਿੱਚ, ਉਹ ਪ੍ਰੋਸਟੇਟ ਕੈਂਸਰ ਨਾਲ ਡਾਇਗਨੋਜ਼ ਹੋ ਰਿਹਾ, ਗਦੂਦਾਂ ਦਾ ਕੈਂਸਰ ਜਿਹਨੂੰ ਕਹਿੰਦੇ ਆ। ਟੈਸਟੀਕੂਲਰ ਕੈਂਸਰ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਕਾਮਨ ਆ ਇਸ ਵੇਲੇ ਯੰਗ ਮੈਨ ਦੇ ਵਿੱਚ, ਜਿਹੜੇ ਉਮਰ ਦੇ ਵਿੱਚ ਘੱਟ ਨੇ, ਉਹਨਾਂ ਦੇ ਵਿੱਚ ਵੀ ਟੈਸਟੀਕੂਲਰ ਕੈਂਸਰ ਜਿਹੜਾ ਕਾਫੀ ਜ਼ਿਆਦਾ ਹੋ ਰਿਹਾ। ਸੋ ਇਹ ਸਾਰੇ ਕੁਛ ਦੇ ਲਈ, ਰਿਸਰਚਰਸ ਦੇ ਲਈ ਕਿਉਂ ਹੋ ਰਿਹਾ, ਇਹਨੂੰ ਕਿੱਦਾਂ ਬਚਾਇਆ ਜਾ ਸਕਦਾ, ਇਹਦੇ ਲਈ ਮਨੀ ਚਾਹੀਦੀ ਆ, ਪੈਸਾ ਚਾਹੀਦਾ। ਪੈਸੇ ਲਈ ਪੈਸਾ ਜਿਹੜਾ ਉਹ ਇੱਦਾਂ ਫਿਰ ਫੰਡ ਰੇਜ਼ ਦੇ ਰਾਹੀਂ ਇਕੱਠਾ ਕੀਤਾ ਜਾਂਦਾ। ਤੇ ਇਹਦੇ ਪਿੱਛੇ ਮਕਸਦ ਇਹੀ ਹੁੰਦਾ ਵੀ ਜਿਹੜਾ ਬਲੇਡ ਤੁਸੀਂ ਯੂਜ਼ ਕਰਦੇ ਸ਼ੇਵ ਕਰਨ ਦੇ ਲਈ, ਜੇ 1 ਮਹੀਨਾ ਨਾ ਕਰੋਗੇ ਤੇ ਉਹ ਮੁੱਛਾਂ ਰੱਖੋਗੇ ਤੇ ਉਹਦੇ ਨਾਲ ਫਿਰ ਜਿਹੜੇ ਪੈਸੇ ਬਚਣਗੇ ਉਹ ਡੋਨੇਟ ਕਰ ਦਿਓ ਤੇ ਫਿਰ ਉਹਦੇ ਨਾਲ ਜਿਹੜੀ ਅਵੇਅਰਨੈਸ ਕੀਤੀ ਜਾਊਗੀ। ਇਹਦੇ ਵੱਖਰੇ ਵੱਖਰੇ ਕੌਨਸੈਪਟ ਆ ਇਹਦੇ ਪਿੱਛੇ। ਜਿਹੜੇ ਲੋਕ ਹੁੰਦੇ ਆ ਫਿਰ ਨਾਲ ਦੇ ਉਹਨਾਂ ਨੂੰ ਮੋ ਬਰੋਜ਼ ਕਹਿੰਦੇ ਆ, ਇਹ ਬ੍ਰਦਰ ਤੋਂ ਬਰੋ ਤੇ ਮੋ ਸਿਸਟਰ ਉਹਨਾਂ ਨੂੰ ਕਿਹਾ ਜਾਂਦਾ ਆ। ਤੇ ਕਾਫੀ ਜ਼ਿਆਦਾ ਇਹ ਜਿਹੜੀ ਹੋਈ ਆ। ਇੱਕ ਵੈਬਸਾਈਟ ਆ ਹੈਡਸ ਅਪ ਗਾਇਜ਼ ਨੇ ਦੱਸਿਆ ਸੀਗਾ ਕਿ ਜਿਹੜੇ ਅੱਧੇ ਕੈਨੇਡੀਅਨ ਮੈਨ ਆ ਉਹ ਥ੍ਰੈਸ਼ਹੋਲਡ ਦੇ ਉੱਤੇ ਪਹੁੰਚੇ ਆ ਮੇਜਰ ਡਿਪਰੈਸ਼ਨ ਦੇ। ਜਿਹੜੀ ਹੈਡਸ ਅਪ ਗਾਇਜ਼ ਆ ਤੇ UBC ਦੇ ਸਾਈਕੈਟਰੀ ਪ੍ਰੋਫੈਸਰ ਨੇ ਕੁਛ, ਉਹ ਇਹ ਗੱਲ ਦੱਸ ਰਹੇ ਆ ਕਿ ਬਹੁਤ ਇਸ ਵੇਲੇ ਵਰਕ ਪਲੇਸ ਦੇ ਉੱਤੇ ਵੀ ਕ੍ਰਾਈਸਿਸ ਆ ਇਹਨਾਂ ਮੈਨ ਦੇ ਮੈਂਟਲ, ਮਤਲਬ ਮਾਨਸਿਕ ਸਿਹਤ ਨੂੰ ਲੈ ਕੇ। ਇਹਨਾਂ ਦੀ ਸਟੇਟ ਆਫ ਮਾਈਂਡ ਜਿਹੜੀ ਆ, ਸੁਸਾਈਡ ਸੈਕੰਡ ਲੀਡਿੰਗ ਕਾਜ਼ ਆ ਡੈਥ ਦਾ ਮੈਨ ਦੇ ਵਿੱਚ ਜਿਹੜੇ 50 ਸਾਲ ਤੋਂ ਥੱਲੇ ਆ। ਇਮੈਜਿਨ ਕਰਕੇ ਦੇਖੋ ਕਿ ਦੂਜਾ ਵੱਡਾ ਕਾਰਨ ਮੌਤ ਦਾ
ਤੇ ਇਹ ਬਹੁਤ ਜ਼ਿਆਦਾ ਮਤਲਬ ਸ਼ੌਕਿੰਗ ਆ ਲੋਕਾਂ ਦੇ ਲਈ। ਤੇ ਨਵੰਬਰ ਮਹੀਨਾ ਸਾਰੇ ਦਾ ਸਾਰਾ ਇਸ ਕੈਂਪੇਨ ਦੇ ਵਿੱਚ ਚੱਲਿਆ ਆ। ਤੇ ਇਹ ਸਾਰਾ ਜਿਹੜਾ ਫਿਰ ਪੈਸਾ ਇਕੱਠਾ ਕੀਤਾ ਜਾਂਦਾ ਇਹਨੂੰ ਨਵੰਬਰ ਕੈਨੇਡਾ ਨੂੰ ਦਿੱਤਾ ਜਾਂਦਾ। ਤੇ ਜਿਹੜੇ ਅੱਗਿਓਂ ਫਿਰ ਇਹਦੇ ਲਈ ਕਰਦੇ ਆ, ਇਨਵੈਂਸ਼ਨ ਕਰਦੇ ਆ ਜਾਂ ਡਾਇਗਨੋਸਟਿਕ ਟੈਸਟ ਕਰਦੇ ਆ ਪ੍ਰੋਸਟੇਟ ਕੈਂਸਰ ਦੇ ਲਈ, ਮਰਦ ਜਿਹੜੇ ਪੁਰਸ਼ ਨੇ ਉਹਨਾਂ ਦੇ ਵਿੱਚ ਆਪ ਇਹਦੇ ਬਾਰੇ ਅਵੇਅਰਨੈਸ ਦਿੱਤੀ ਜਾਂਦੀ ਹੈ ਕਿ ਤੁਸੀਂ ਇਹਦੇ ਬਾਰੇ ਜਾਗਰੂਕ ਹੋਵੋ। 100 ਮਿਲੀਅਨ ਤੋਂ ਵੀ ਜ਼ਿਆਦਾ ਜਿਹੜਾ ਉਹ ਇਹਦੇ ਵਿੱਚ ਪਾਇਆ ਜਾਂਦਾ। ਇਹਨਾਂ ਨੇ 2007 ਤੋਂ ਲੈ ਕੇ ਹੁਣ ਤੱਕ 100 ਮਿਲੀਅਨ ਤੋਂ ਜ਼ਿਆਦਾ ਡਾਲਰ ਜਿਹੜਾ ਉਹ ਇਸ ਪਾਸੇ ਦੇ ਚੁੱਕੇ ਆ। ਤੇ ਇਹਦੇ ਲਈ ਬਹੁਤ ਸਾਰੀ ਜਿਹੜੀ ਮਤਲਬ ਗੱਲ ਕਿ ਇਹਦੇ ਵਿੱਚ ਵੱਲ ਧਿਆਨ ਘੱਟ ਦਿੱਤਾ ਜਾਂਦਾ। ਇਹਨਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਫੈਲਾਉਣੀ ਹੁੰਦੀ ਆ। ਨਵੰਬਰ ਮਹੀਨੇ ਦੀ ਜਗ੍ਹਾ ਦੇ ਉੱਤੇ ਮੋਵੈਂਬਰ ਮਹੀਨਾ ਇਹਨੂੰ ਪਿਛਲੇ ਲੰਬੇ ਸਮੇਂ ਦੇ ਵਿੱਚ ਕਿਹਾ ਜਾਂਦਾ। ਬਹੁਤ ਮਤਲਬ ਕਈ ਤਰ੍ਹਾਂ ਦੀ ਇਹਦੇ 'ਚ ਤਰੀਕੇ ਹੁੰਦੇ ਆ। ਜਾਂ ਇੱਕ ਕੀ ਕਰਦੇ ਕਿ ਜਿਹੜੇ ਇਹ ਮੈਨ ਨੇ, ਪੁਰਸ਼ ਨੇ, ਮਰਦ ਨੇ, ਇਹ ਨਵੰਬਰ ਮਹੀਨੇ ਦੇ ਵਿੱਚ ਪੂਰੇ ਮਹੀਨੇ ਦੇ ਵਿੱਚ 60 ਕਿਲੋਮੀਟਰ ਦੌੜਨ, ਮਤਲਬ 2 ਕਿਲੋਮੀਟਰ ਐਵਰੇਜ ਰੋਜ਼ ਦਾ ਹੋ ਗਿਆ। ਤੇ ਮੋ ਯੂਰ ਓਨ ਵੇ ਉਹ ਦੱਸਦੇ ਆ ਕਿ ਤੁਸੀਂ ਆਪਣਾ ਐਡਵੈਂਚਰ ਚੈਲੰਜ ਲੈ ਲਓ। ਇੱਕ ਚੈਲੰਜ ਲੈ ਲਓ ਕਿ ਮੈਂ ਨਵੰਬਰ ਮਹੀਨੇ ਦੇ ਵਿੱਚ 60 ਕਿਲੋਮੀਟਰ ਦੌੜਨਾ ਆ। ਤੇ ਉਹ ਫਿਰ ਇਸ ਤਰੀਕੇ ਦੇ ਨਾਲ ਵੀ ਬੇਸਿਕਲੀ ਉਹਨਾਂ ਦੀ ਸਿਹਤ ਜਿਹੜੀ ਆ ਕਿਸ ਤਰੀਕੇ ਦੇ ਨਾਲ ਠੀਕ ਰਵੇ ਉਹਦੇ ਲਈ ਸਾਰੇ ਯਤਨ ਕੀਤੇ ਜਾਂਦੇ ਆ। ਤੇ ਬੜੀ ਵੱਖਰੀ ਜੀ ਕੈਂਪੇਨ ਅੱਜ ਉਹ ਕੈਂਪੇਨ ਦਾ ਭਾਵੇਂ ਜਿਹੜਾ ਨਵੰਬਰ ਮਹੀਨੇ ਦੇ ਨਾਲ ਹੀ ਖਤਮ ਹੋ ਜਾਂਦੀ ਹੈ, ਪਰ ਅਵੇਅਰਨੈਸ ਇਹਦੇ ਬਾਰੇ ਬਹੁਤ ਜ਼ਰੂਰੀ ਹੈ, ਲੋਕਾਂ ਦੇ ਵਿੱਚ ਹੋਣੀ ਚਾਹੀਦੀ ਹੈ। ਅਗਲੀ ਖਬਰ ਦੋਸਤੋ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਇੱਥੇ ਸਨੋਫਾਲ ਬਾਰੇ ਆ। ਬ੍ਰਿਟਿਸ਼ ਕੋਲੰਬੀਆ ਦੇ ਇਹ ਸਦਰਨ ਪਾਰਟ ਦੇ ਵਿੱਚ ਬਹੁਤ ਸਾਰੇ ਜਿਹੜੇ ਸਨੋ ਸਟੋਰਮਸ ਆਏ ਆ ਤੇ ਕਈ ਮਤਲਬ ਜੀਵਨ ਅਸਤ ਵਿਅਸਤ ਹੋ ਗਿਆ। ਅੱਜ ਬੁੱਧਵਾਰ ਆ, ਜਾਣੀ ਮੰਗਲਵਾਰ ਸ਼ਾਮ ਨੂੰ, ਕੱਲ੍ਹ ਬਾਅਦ ਦੁਪਹਿਰ ਹੀ ਸ਼ੁਰੂ ਹੋਈ ਸੀ ਸਨੋ ਹੌਲੀ ਹੌਲੀ, ਤੇ ਵੱਧਦੀ ਰਾਤ ਨੂੰ ਜਦੋਂ ਤੱਕ ਸੂਰਜ ਛਿਪਦਾ 5-6 ਵਜੇ ਤੱਕ ਇਹ ਬਹੁਤ ਜ਼ਿਆਦਾ ਹੋ ਗਈ। ਤੇ ਇੰਨੀ ਜ਼ਿਆਦਾ ਹੋ ਗਈ ਜਿੰਨੀ ਆਸ ਨਹੀਂ ਸੀ, ਕਿਉਂਕਿ ਅਸੀਂ ਜਿੱਧਰਲੇ ਪਾਸਿਓਂ ਵੀ ਲੋਕ ਆਉਂਦੇ ਸੀ ਉੱਥੇ ਸਟਕ ਹੋ ਗਏ। ਐਲੈਕਸ ਫਰੇਜ਼ਰ ਜਿਹੜਾ ਮੇਨ ਸਾਡਾ ਬ੍ਰਿਜ ਆ ਜੋੜਦਾ ਆ ਇਹਨੂੰ ਵੈਨਕੂਵਰ ਨੂੰ ਬਾਕੀ ਇੱਧਰ ਦੇ ਇਲਾਕਿਆਂ ਦੇ ਨਾਲ, ਉਹਦੇ ਉੱਤੇ 6-6 ਘੰਟੇ ਤੱਕ ਡਿਲੇ ਦੱਸਦੇ ਆ ਵੀ 6 ਘੰਟੇ ਤੱਕ ਲੋਕ ਫਸੇ ਰਹੇ ਆ ਉੱਥੇ। ਕਾਰਾਂ ਦੇ ਵਿੱਚ ਗੈਸ ਮੁੱਕ ਗਈ, ਹੁਣ ਹੀਟ ਵੀ ਲਾਉਣੀ ਆ, ਕਾਰ ਚੱਲਦੀ ਵੀ ਰੱਖਣੀ ਆ 6-6 ਘੰਟੇ ਤੱਕ। ਉੱਧਰਲੇ ਪਾਸੇ ਵੀ ਐਲੈਕਸ ਫਰੇਜ਼ਰ ਦੇ ਦੂਜੇ ਪਾਸੇ ਵੀ। ਤੇ ਬਹੁਤ ਸਾਰੇ ਐਕਸੀਡੈਂਟ ਹੋਏ। ਜਿੱਥੇ ਕਿਤੇ ਵੀ ਥੋੜ੍ਹੀ ਜਿਹੀ ਅੱਪ ਹਿੱਲ ਆ ਉੱਥੇ ਕਾਰਾਂ ਰੁਕ ਗਈਆਂ। ਖਾਸ ਕਰ ਜਿਹੜੀਆਂ ਕਾਰਾਂ ਸਪੋਰਟਸ ਕਾਰਾਂ ਜਾਂ ਦੂਜੀਆਂ ਕਾਰਾਂ ਹੁੰਦੀਆਂ ਆ ਤੇ ਰੀਅਰ ਵੀਲ ਡਰਾਈਵ ਹੁੰਦੀਆਂ, ਉਹਨਾਂ ਨੂੰ ਖਾਸ ਤੌਰ ਦੇ ਉੱਤੇ ਸਮੱਸਿਆ ਆਈ ਆ। ਟਰਾਂਸਪੋਰਟ ਦਾ ਬਹੁਤ ਮਾੜਾ ਹਾਲ ਰਿਹਾ। ਰਾਤ ਨੂੰ ਬੱਸਾਂ ਨਹੀਂ ਚੱਲੀਆਂ, ਜਾ ਹੀ ਨਹੀਂ ਸਕੀਆਂ ਕਿਤੇ, ਤੇ ਰੁਕ ਗਈ ਸਾਰੀ ਜਿਹੜੀ ਟਰਾਂਸਪੋਰਟ ਸੀਗੀ। ਤੇ ਇਸੇ ਤਰ੍ਹਾਂ ਹੀ ਜਿਹੜੀ ਦੂਜੀਆਂ ਰਾਈਡ ਹਿਲਿੰਗ ਸਰਵਿਸਿਜ਼ ਸੀਗੀਆਂ, ਚਾਹੇ ਊਬਰ ਸੀ ਜਾਂ ਦੂਜੀਆਂ ਸੀ, ਉਹਨਾਂ ਦੀ ਸਰਵਿਸ ਵੀ ਬਹੁਤ ਮਾੜੀ ਰਹੀ ਹੈ। ਨਹੀਂ ਪਹੁੰਚ ਸਕੇ ਉਹ ਜਿੱਥੇ ਤੁਸੀਂ ਫਸੇ ਆ, ਕਿਉਂਕਿ ਉਹ ਰਸਤਿਆਂ ਦੇ ਉੱਤੇ ਜਾਇਆ ਹੀ ਨਹੀਂ ਸੀ ਜਾ ਸਕਦਾ। ਬਹੁਤ ਲੋਕਾਂ ਨੂੰ ਇਹਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸਵੇਰੇ ਸਕੂਲੇ ਨਹੀਂ ਲੋਕ ਜਾ ਸਕੇ। ਬਹੁਤ ਸਾਰੇ ਬੱਚੇ ਜਿਹੜੇ ਆ ਸਕੂਲ ਡਿਸਟ੍ਰਿਕਟ ਐਬਸਫੋਰਡ, ਚਿਲਾਵੈਕ, ਹੋਪ, ਲੈਂਗਲੀ, ਮੈਪਲ ਰਿਜ, ਉਹਨਾਂ ਸਾਰਿਆਂ ਨੇ ਕਿਹਾ ਵੀ ਤੁਸੀਂ ਬੰਦ ਕਰ ਦਿੱਤੇ ਸਕੂਲ, ਤੁਸੀਂ ਘਰ ਰਹੋ। ਸੋ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਸਕੂਲ ਖੋਲ੍ਹੇ ਰਹੇ ਆ, ਪਰ ਐਬਸਫੋਰਡ, ਚਿਲਾਵੈਕ, ਹੋਪ, ਲੈਂਗਲੀ ਜਾਂ ਮੈਪਲ ਰਿਜ ਜਾਂ ਨੇੜੇ ਤੇੜੇ ਇਹ ਸਾਰੇ ਸਕੂਲ ਬੰਦ ਰਹੇ। ਮਤਲਬ 150 ਦੇ ਕਰੀਬ ਸਕੂਲ ਇਸ ਇਲਾਕੇ ਦੇ ਵਿੱਚ ਬੰਦ ਰਹੇ। ਇਹਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੱਡੀ ਵੱਡੀ ਇਹ ਇਸ ਵੇਲੇ ਸਨੋ ਸਟੋਰਮ ਹੋਊਗਾ। ਜਿਹੜੀਆਂ ਆਈਸੀ ਰੋਡ ਕੰਡੀਸ਼ਨ ਸੀਗੀਆਂ, ਇਹਨਾਂ ਨੇ ਇਹਨੂੰ ਇੱਥੇ ਤੱਕ ਚਲੇ ਗਿਆ ਕਿ ਇਹਨੂੰ ਬੰਦ ਕਰਨਾ ਪਿਆ। ਜਿੰਨੇ ਹੋਰ ਸਕੂਲ ਸੀਗੇ, ਡੇ ਕੇਅਰ ਸੀਗੇ, ਉਹ ਵੀ ਬੰਦ ਕਰਨੇ ਪਏ। ਜਿਹੜਾ ਸਿੱਖ ਲਰਨਿੰਗ ਇੰਸਟੀਟਿਊਸ਼ਨ ਬਹੁਤ ਵੱਡੀ ਹੈ ਇੱਥੇ, ਸਿੱਖਾਂ ਦਾ ਆਪਣਾ ਸਕੂਲ ਖਾਲਸਾ ਸਕੂਲ, ਉਹ ਵੀ ਜਿਹੜਾ ਉਹਨਾਂ ਦੀਆਂ ਚਾਰੋਂ ਲੋਕੇਸ਼ਨ ਲੋਅਰ ਮੇਨਲੈਂਡ ਦੇ ਵਿੱਚ ਬੰਦ ਰਹੀਆਂ। ਅੱਜ ਸਕੂਲ ਬੰਦ ਰਹੇ ਆ। ਪਬਲਿਕ ਟਰਾਂਸਪੋਰਟ ਦੇ ਵਿੱਚ ਲੋਕ ਤੰਗ ਹੋਏ ਆ ਅਜੇ ਤੱਕ ਵੀ। ਅੱਜ ਭਾਵੇਂ ਸਨੋ ਬੰਦ ਆ, ਪਰ ਫਿਰ ਵੀ ਉਹਦੇ ਤੋਂ ਬਾਅਦ ਜਿਸ ਕਿਸਮ ਦੀ ਰੋਡ ਦੇ ਉੱਤੇ ਹਾਲਤ ਆ, ਬਹੁਤ ਸਾਰੇ ਐਕਸੀਡੈਂਟ ਹੋਏ ਆ। ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਵੀ ਇੱਕ ਦੇ ਵਿੱਚ ਦੂਜੀ ਕਾਰ ਵੱਜ ਗਈ, ਪਿੱਛੋਂ ਤੀਜੀ ਆ ਗਈ, ਤੇ ਲਗਾਤਾਰ ਉਹ ਕੰਟਰੋਲ ਨਹੀਂ ਰਿਹਾ। ਜਿੱਥੇ ਲੋਕਾਂ ਨੂੰ ਜਿਹੜੀ ਇਹਦੇ ਬਾਰੇ ਟਾਇਰਾਂ ਦੀ ਵੀ ਕਈਆਂ ਨੂੰ ਸਮੱਸਿਆ ਕਿ ਸਨੋ ਟਾਇਰ ਜਿੱਥੇ ਜ਼ਰੂਰੀ ਆ ਉੱਥੇ ਨਹੀਂ ਲੋਕਾਂ ਨੇ ਪਾਏ, ਆਲ ਸੀਜ਼ਨ ਜਾਂ ਉਹਦੇ ਨਾਲ ਹੀ ਕੰਮ ਚਲਾ ਰਹੇ ਆ। ਤੇ ਜਿੱਥੇ ਦੂਜਾ ਇਹਦੇ ਨਾਲ ਸਮੱਸਿਆ, ਕਿਉਂਕਿ ਵੈਦਰ ਸੀ ਇੰਨਾ, ਸਿਟੀ ਕੋਲ ਓਨਾ ਪ੍ਰਬੰਧ ਵੀ ਨਹੀਂ ਆ, ਕਿਉਂਕਿ ਇੰਨੀ ਸਨੋ ਇੱਥੇ ਐਕਸਪੈਕਟਡ ਨਹੀਂ ਹੁੰਦੀ ਆਪਣੇ ਇਸ ਇਲਾਕੇ ਦੇ ਵਿੱਚ, ਲੋਅਰ ਮੇਨਲੈਂਡ ਦੇ ਵਿੱਚ ਜਾਂ ਫਰੇਜ਼ਰ ਵੈਲੀ ਦੇ ਵਿੱਚ। ਜਦੋਂ ਇੰਨੀ ਜ਼ਿਆਦਾ ਫਿਰ ਸਨੋ ਪੈ ਜਾਂਦੀ ਆ ਤਾਂ ਫਿਰ ਸਿਟੀ ਦਾ ਪ੍ਰਬੰਧ ਵੀ ਜਿਹੜਾ ਨਾ ਕਾਫੀ ਹੋ ਜਾਂਦਾ ਆ। ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ, ਖਾਸ ਕਰ ਜਦੋਂ ਤੱਕ ਇਹ ਸਨੋ ਮੈਲਟ ਨਹੀਂ ਹੁੰਦੀ ਜਾਂ ਮੀਂਹ ਨਹੀਂ ਪੈਂਦਾ, ਉਹਨਾਂ ਚਿਰ ਬਹੁਤ ਜ਼ਿਆਦਾ ਬਚਾਅ ਨਾਲ ਚੱਲਣ ਦੀ ਲੋੜ ਆ। ਖਾਸ ਕਰ ਜਿਹੜੇ ਪੈਡੈਸਟਰੀਅਨਸ ਨੇ, ਜਦੋਂ ਵੀ ਕ੍ਰੋਸਵਾਕ ਦੇ ਉੱਤੇ ਜਾਂਦੇ ਆ, ਕ੍ਰੋਸ ਕਰਦੇ ਆ, ਉੱਥੇ ਬਹੁਤ ਧਿਆਨ ਦੇ ਨਾਲ ਕ੍ਰੋਸ ਕਰੋ, ਕਿਉਂਕਿ ਜਿਹੜੀ ਉੱਧਰੋਂ ਗੱਡੀ ਆ ਰਹੀ ਆ
ਡਰਾਈਵਰ ਆਪਣੇ ਅੰਦਾਜ਼ੇ ਦੇ ਮੁਤਾਬਕ ਜਿਹਨੂੰ ਰੋਕਦਾ ਵੀ ਆ ਤਾਂ ਰੁਕਦੀ ਨਹੀਂ ਆ। ਤੇ ਹੁਣ ਜਿਹੜੀ ਬਲੈਕ ਆਈਸ ਜਦੋਂ ਬਣ ਜਾਂਦੀ ਆ ਇਹ ਨਹੀਂ ਖੁਰਦੀ, ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹਾਲਤ ਦੱਸਦੇ ਆ ਕਿ ਮਾੜੀ ਹੋਣੀ ਆ। ਸਨੋ ਕੋਈ ਨਵੀਂ ਗੱਲ ਨਹੀਂ ਹੈ, ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕਿੰਨੇ ਫੁੱਟ ਸਨੋ ਪੈ ਜਾਂਦੀ ਆ, ਟੈਂਪਰੇਚਰ -20-25 ਤੱਕ ਚਲਿਆ ਜਾਂਦਾ। ਪਰ ਇਸ ਇਲਾਕੇ ਦੇ ਵਿੱਚ ਪਿਛਲੇ ਸਾਲ ਵੀ ਸਨੋ ਬਹੁਤ ਪਈ ਸੀ ਤੇ ਇਸ ਸਾਲ ਵੀ ਆ। ਸੋ ਥੋੜ੍ਹਾ ਜਿਹਾ ਇਹਦੇ ਲਈ ਯੂਜ਼ ਟੂ ਵਿੰਡ ਜਿਹੜੇ ਸਨੋ ਟਾਇਰ ਨੇ, ਤੇ ਦੂਜਾ ਇਹ ਸਲਾਹ ਦੇ ਰਿਹਾ ਕਿ ਥੋੜ੍ਹਾ ਜਿਹਾ ਸਮਾਂ ਲੈ ਕੇ ਚੱਲੋ। ਜੇ ਤੁਸੀਂ ਜਾਣਾ ਹੈ ਉਹਦੇ ਵਿੱਚ ਤੁਹਾਡੇ ਕੋਲ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਹੋਊਗਾ ਤਾਂ ਤੁਸੀਂ ਆਪ ਉੱਥੇ ਪ੍ਰੋਪਰ ਟਾਈਮ 'ਤੇ ਪਹੁੰਚ ਸਕਦੇ ਹੋ। ਕਾਹਲੀ ਕਰੋਗੇ ਤਾਂ ਉਹਦੇ ਵਿੱਚ ਐਕਸੀਡੈਂਟ ਦੇ ਜ਼ਿਆਦਾ ਚਾਂਸ ਹੁੰਦੇ ਆ। ਅਜੇ ਤੱਕ ਬਹੁਤ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ, ਹਾਲਾਂਕਿ ਐਲੈਕਸ ਫਰੇਜ਼ਰ ਬ੍ਰਿਜ ਵੀ ਬਾਅਦ ਦੇ ਵਿੱਚ ਖੋਲ੍ਹ ਦਿੱਤਾ ਗਿਆ ਸੀ, ਪਰ ਫਿਰ ਵੀ ਬਹੁਤ ਸਾਰਾ ਜਿਹੜਾ ਧਿਆਨ ਨਾਲ ਇਹਨਾਂ ਦਿਨਾਂ ਦੇ ਵਿੱਚ ਚੱਲਣ ਦੀ ਲੋੜ ਆ, ਔਰ ਖਾਸ ਧਿਆਨ ਨਾਲ ਚੱਲਣ ਦੀ ਇਸ ਵੇਲੇ ਲੋੜ ਆ। ਕ੍ਰਿਸਮਸ ਨੇੜੇ ਆ ਰਹੀ ਹੈ ਤੇ ਕ੍ਰਿਸਮਸ ਦੇ ਸੰਬੰਧ ਦੇ ਵਿੱਚ ਫਿਰ ਕ੍ਰਿਸਮਸ ਟਰੀ ਬਹੁਤ ਜ਼ਰੂਰੀ ਹੁੰਦਾ। ਲੋਕ ਘਰਾਂ ਦੇ ਵਿੱਚ ਜਿੱਥੇ ਅੰਦਰ ਕ੍ਰਿਸਮਸ ਟਰੀ ਆਪਣੇ ਜਿਹੜੇ ਆਰਟੀਫਿਸ਼ਲ ਹੁੰਦੇ ਆ, ਡੈਕੋਰੇਟਿਵ, ਉਹਨਾਂ ਨੂੰ ਲਿਆਉਂਦੇ ਆ, ਡੈਕੋਰੇਟ ਕਰਦੇ, ਔਰਨਾਮੈਂਟਸ ਲਾਉਂਦੇ ਆ, ਜਾਂ ਹੋਰ ਲਾਈਟਸ ਉਹਦੇ ਉੱਤੇ ਲਾ ਕੇ ਦਸੰਬਰ ਦਾ ਪੂਰਾ ਮਹੀਨਾ ਮਾਹੌਲ ਜਿਹਾ ਉਹ ਬਣ ਜਾਂਦਾ ਆ। ਬਹੁਤ ਸਾਰੀਆਂ ਜਿਹੜੇ ਕ੍ਰਿਸਮਸ ਟਰੀਜ਼ ਨੇ ਉਹ, ਕਿਉਂਕਿ ਇਹ ਬੇਸਿਕਲੀ ਪਲਾਂਟ ਆ, ਖੇਤਾਂ ਦੇ ਵਿੱਚ ਹੁੰਦਾ, ਫਾਰਮਾਂ ਦੇ ਵਿੱਚ, ਤੇ ਉਹਨੂੰ ਲੈ ਕੇ ਆਉਂਦੇ ਆ। ਉਸ ਕ੍ਰਿਸਮਸ ਟਰੀ ਦੀ ਜਿਹੜਾ ਫਾਰਮ ਦੇ ਵਿੱਚੋਂ ਲਿਆ ਕੇ ਲੋਕ ਲੈ ਕੇ ਆਉਂਦੇ ਆ, ਤੇ ਉਹਦੀ ਕੀਮਤ ਵੱਧ ਗਈ ਆ। ਜਿੱਥੇ ਇਸ ਵੇਲੇ ਇਨਫਲੇਸ਼ਨ, ਇਸ ਵੇਲੇ ਬਾਕੀ ਚੀਜ਼ਾਂ ਦੀ ਕੀਮਤ ਵਧੀ ਆ, ਉੱਥੇ ਕ੍ਰਿਸਮਸ ਟਰੀ ਦੀ ਕੀਮਤ ਵੀ ਕਹਿੰਦੇ ਕਾਫੀ ਜ਼ਿਆਦਾ ਵੱਧ ਗਈ। ਕਾਰਨ ਉਹਦਾ ਹੈ ਵੀ ਇੱਕ ਤਾਂ ਖਾਦ ਮਹਿੰਗਾ ਹੋ ਗਿਆ, ਫਰਟੀਲਾਈਜ਼ਰ ਜਿਹੜਾ ਉਹਨੂੰ ਪਾਇਆ ਜਾਂਦਾ ਉਹ ਮਹਿੰਗਾ ਹੋ ਗਿਆ। ਖੇਤੀ ਕੁਦਰਤੀ ਤੌਰ 'ਤੇ ਫਿਊਲ ਦੇ ਨਾਲ ਹੁੰਦੀ, ਗੈਸ ਚਾਹੀਦੀ ਆ। ਟਰੈਕਟਰ ਜਾਂ ਦੂਜੀਆਂ ਚੀਜ਼ਾਂ ਦੇ ਵਿੱਚ ਉਹ ਵੀ ਕੀਮਤਾਂ ਵੱਧ ਗਈਆਂ, ਅਤੇ ਲੇਬਰ ਦੀ ਕਾਸਟ ਵੀ ਵੱਧ ਗਈ ਆ। ਕਲਾਈਮੇਟ ਚੇਂਜ ਹੋ ਗਿਆ, ਕਲਾਈਮੇਟ ਚੇਂਜ ਹੋਣ ਦੇ ਨਾਲ ਕ੍ਰਿਸਮਸ ਟਰੀ ਮਰ ਜਾਂਦੇ ਆ, ਖੇਤਾਂ ਦੇ ਵਿੱਚ ਉਹਨੇ ਹੋ ਨਹੀਂ ਰਹੇ। ਇੰਸ਼ੋਰੈਂਸ ਦੇ ਰੇਟ ਵੱਧ ਗਏ ਆ ਫਾਰਮਰ ਦੇ, ਅਤੇ ਇਹ ਸਾਰਾ ਕੁਛ ਜਿੰਨਾ ਕੁਛ ਵੀ ਹੈਗਾ ਆ, ਜਿੰਨੇ ਗਰੋਅਰ ਆ, ਉਹਦੇ ਨਾਲ ਇੱਕ ਤਾਂ ਟਰੀਜ਼ ਦੀ ਸ਼ਾਰਟੇਜ ਹੋ ਗਈ। ਕੰਟੀਨੈਂਟ ਵਾਈਡ ਹੀ ਸ਼ਾਰਟੇਜ ਕ੍ਰਿਸਮਸ ਟਰੀ ਦੀ ਇਸ ਵਾਰੀ ਦੱਸੀ ਜਾ ਰਹੀ ਹੈ। ਤੇ ਦੂਜਾ, ਜੇ ਸ਼ਾਰਟੇਜ ਆ ਤਾਂ ਫਿਰ ਇਹਦਾ ਮਤਲਬ ਸਿੱਧੀ ਗੱਲ ਆ ਵੀ ਕੀਮਤ ਇਹਦੀ ਜ਼ਿਆਦਾ ਹੋ ਜਾਣੀ ਹੈ। ਐਵਰੇਜ ਪੂਰੇ ਕੈਨੇਡਾ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਤੁਸੀਂ ਕਿ 10% ਇਸ ਵੇਲੇ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕਿਉਂਕਿ ਉਹਦੀ ਫਾਰਮ ਦੇ ਵਿੱਚ ਕ੍ਰਿਸਮਸ ਟਰੀ ਦੀ ਕਾਸਟ ਵੱਧ ਚੁੱਕੀ ਹੈ। ਸੋ 10% ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਪਹਿਲੇ ਸਮੇਂ ਦੇ ਵਿੱਚ ਜਿੰਨਾ ਤੁਸੀਂ ਲੈਂਦੇ ਸੀ, ਵੈਸੇ ਹੀ ਲੋਕਾਂ ਦੀ ਜੇਬ ਦੇ ਉੱਤੇ ਬਹੁਤ ਅਸਰ ਪੈ ਚੁੱਕਾ, ਤੇ ਹੌਲੀਡੇ ਸੀਜ਼ਨ ਦੇ ਵਿੱਚ ਲੋਕ ਆਪਣੇ ਖਰਚੇ ਘੱਟ ਕਰ ਰਹੇ ਆ। ਪਹਿਲਾਂ ਵਾਲੀ ਗੱਲਬਾਤ ਨਹੀਂ ਰਹੀ, ਉੱਦਾਂ ਖਰਚਾ ਨਹੀਂ ਹੋ ਰਿਹਾ। ਜਿਹੜੀਆਂ ਸੇਲਜ਼ ਨੇ ਉਹ ਸਮੇਂ ਤੋਂ ਪਹਿਲਾਂ ਲੱਗ ਰਹੀਆਂ, ਜ਼ਿਆਦਾਤਰ ਰਹਿ ਰਹੀਆਂ, ਤੇ ਕੋਸ਼ਿਸ਼ ਕਰ ਰਹੇ ਵੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੀ ਜੇਬ 'ਚੋਂ ਪੈਸਾ ਕੱਢਿਆ ਜਾਵੇ। ਇਹ ਜਿਹੜੇ ਫਾਰਮਰ ਨੇ, ਕਿਉਂ ਇਹ ਕਹਿੰਦੇ ਵੀ ਸਾਡੇ ਵੀ ਫਰਟੀਲਾਈਜ਼ਰ ਦੀ ਕੀਮਤ 25% ਵੱਧ ਗਈ ਇਕੱਲੇ ਦੀ। ਖਾਦ ਜਿਹੜਾ ਪਾਉਂਦੇ ਆ, ਜਿਹੜਾ ਵੀ ਖਾਦ ਉੱਥੇ ਪਾਇਆ ਜਾਂਦਾ ਖੇਤ ਵਿੱਚ, 25% ਉਹਦੀ ਕੀਮਤ ਵੱਧ ਗਈ ਹੈ। ਅਤੇ ਕੁਛ ਥਾਵਾਂ ਦੇ ਉੱਤੇ ਦੱਸਦੀ ਕਿ 50% ਤੱਕ ਕੀਮਤ ਇਹਦੀ ਖਾਦ ਦੀ ਵਧੀ ਹੈ। ਗੈਸ ਜਿਹੜਾ ਟਰੱਕ ਦੇ ਲਈ, ਟਰੈਕਟਰ ਦੇ ਲਈ, ਜਾਂ ਹੋਰ, ਜਾਂ ਈਵਨ ਕਿਉਂਕਿ ਟਰੀ ਫਾਰਮ ਤੋਂ ਲੈ ਕੇ ਜਿੱਥੇ ਤੁਹਾਡੇ ਤੱਕ ਸਟੋਰ ਤੱਕ ਆਉਣਾ ਆ, ਉਹ ਵੀ ਟਰੱਕ ਦੇ ਰਾਹੀਂ ਆਉਣਾ, ਅਤੇ ਉਹ ਟਰੱਕ ਦੀ ਗੈਸ ਹੀ ਵੱਧ ਗਈ ਆ। ਅਤੇ ਉੱਥੋਂ ਉਹ ਹੁਣ ਸਾਰਾ ਜਿਹੜਾ ਖਰਚਾ ਆ ਫਿਊਲ ਦਾ, ਫਾਰਮ ਮਸ਼ੀਨਰੀ ਦਾ, ਉਹ ਜਿਹੜੇ ਸਾਰੇ ਐਕਸਪੈਂਸਿਸ ਨੇ, ਜਾਂ ਇੱਥੋਂ ਤੱਕ ਕਿ ਉਸ ਫਾਰਮ ਮਸ਼ੀਨਰੀ ਨੂੰ ਇਨਸ਼ੋਰ ਕਰਨ ਦੀ ਜਿਹੜੀ ਕਾਸਟ ਇੰਸ਼ੋਰੈਂਸ ਦੀ, ਉਹ ਵੱਧ ਚੁੱਕੀ ਹੈ। ਅਤੇ ਇਹਦਾ ਸਿੱਧਾ ਅਸਰ ਲੋਕਾਂ ਦੇ ਉੱਤੇ ਪੈ ਰਿਹਾ ਆ, ਅਤੇ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਲੋਕਾਂ ਨੂੰ ਮਤਲਬ ਕ੍ਰਿਸਮਸ ਟਰੀ ਪਹਿਲਾਂ ਨਾਲੋਂ ਮਹਿੰਗੇ ਮਿਲ ਰਹੇ ਆ। ਅਤੇ ਦੂਜਾ, ਜਿਹੜੀ ਐਕਸਟਰਾ ਕਾਸਟ ਹੈਗੀ ਆ, ਉਹ ਫਿਰ ਲੋਕਾਂ ਦੇ ਉੱਤੇ ਪਹੁੰਚ ਰਹੀ ਆ। ਇੱਕ ਇਹ ਦੱਸਦੇ ਆ ਕਿ ਸ਼ਾਰਟੇਜ ਵੀ ਹੋ ਗਈ ਆ ਸਮੇਂ ਦੇ ਨਾਲ। ਜਿਸ ਤਰੀਕੇ ਦੇ ਨਾਲ ਜਿਹੜੇ ਟਰੀ ਦੇ ਜਿੰਨੇ ਫਾਰਮ ਚਾਹੀਦੇ ਸੀ, ਉਹਨੇ ਫਾਰਮ ਹੈ ਨਹੀਂ ਗੇ, ਲੋਕਾਂ ਨੇ ਫਾਰਮ ਘਟਾ ਲਏ ਆ। ਜਿਹੜੇ 40-50 ਸਾਲ ਤੋਂ ਇੱਥੇ ਕਰਦੇ ਆਏ ਆ, ਇਸ ਬਿਜ਼ਨਸ ਦੇ ਵਿੱਚ ਆ, ਉਹ ਇਸ ਬਿਜ਼ਨਸ ਦੇ ਵਿੱਚੋਂ ਬਾਹਰ ਹੋ ਗਏ ਆ। 2008 ਦੇ ਵਿੱਚ ਜੋ ਕੁਛ ਹੋਇਆ ਸੀ, ਜਿਸ ਤਰ੍ਹਾਂ ਆਰਥਿਕ ਮੰਦਵਾੜਾ ਆਇਆ ਸੀ, ਉਸ ਵੇਲੇ ਬਹੁਤ ਸਾਰੇ ਲੋਕ ਬਾਹਰ ਆ ਗਏ ਸੀ ਇਸ ਬਿਜ਼ਨਸ, ਮਤਲਬ ਕ੍ਰਿਸਮਸ ਟਰੀ ਦੀ ਖੇਤੀ ਕਰਨ, ਜਾਂ ਇਹਨੂੰ ਉਗਾਉਣ ਤੋਂ। ਅਤੇ ਦੂਜਾ ਜਿਹੜਾ ਹੈਗਾ ਕਿ ਹੌਲੀ ਹੌਲੀ ਫਿਰ ਜਦੋਂ ਮੌਸਮ ਖਰਾਬ ਹੋਇਆ, ਉਹਦੇ ਨਾਲ ਜਿਹੜੀ ਇਹਦੀ ਪਨੀਰੀ ਸੀਗੀ, ਇਹਦੇ ਸੀਡਲਿੰਗਸ ਸੀਗੇ, ਉਹ ਵੀ ਬਹੁਤ ਸਾਰੇ ਤਬਾਹ ਹੋਏ ਆ, ਅਤੇ ਉਹ ਉਹਨਾਂ ਨੂੰ ਕਾਸਟ ਵੀ ਜ਼ਿਆਦਾ ਕਰਨ ਲੱਗ ਪਿਆ। ਸੋ ਇਸ ਵੇਲੇ ਹੈ ਹੀ ਜਿਹੜੇ ਇਹ ਬਹੁਤ ਘੱਟ ਆ, ਅਤੇ ਮਤਲਬ $53 ਮਿਲੀਅਨ ਦੀ ਇੰਡਸਟਰੀ ਸੀਗੀ 2015 ਦੇ ਵਿੱਚ, ਅਤੇ 100 ਮਿਲੀਅਨ ਤੋਂ ਜ਼ਿਆਦਾ ਇਸ ਵੇਲੇ 2020 ਦੇ ਵਿੱਚ ਆ। ਲੇਟੈਸਟ ਜਿਹੜੇ ਨੰਬਰ ਆ ਰਹੇ ਉਹ ਦੱਸ ਰਹੇ ਕਿ 160 ਮਿਲੀਅਨ ਤੋਂ ਵੀ ਜ਼ਿਆਦਾ ਦੀ ਇਹ ਇੰਡਸਟਰੀ ਹੈਗੀ ਆ। ਅਤੇ ਦੂਜਾ, ਜਿਹੜਾ ਨੰਬਰ ਆਫ ਟਰੀਜ਼ ਨੇ ਜਿਹੜੇ ਗਰੋ ਕੀਤੇ ਜਾਂਦੇ ਨੇ, ਉਹਨਾਂ ਦੀ ਜਿਹੜਾ ਨੰਬਰ ਆ ਉਹ ਡਾਊਨ ਆ।
2016 ਦੇ ਵਿੱਚ 1872 ਕ੍ਰਿਸਮਸ ਟਰੀ ਫਾਰਮ ਸੀਗੇ ਕੈਨੇਡਾ ਦੇ ਵਿੱਚ, ਲਗਭਗ 1872, ਤੇ ਜਿਹੜੇ ਕਿ ਹੁਣ ਇਸ ਵੇਲੇ 2021 ਦੇ ਵਿੱਚ ਜੇਕਰ ਸਾਲ ਪਹਿਲਾਂ ਦੇਖਿਆ ਜਾਵੇ ਤਾਂ ਇਹ 1364 ਰਹਿ ਗਏ ਆ। ਸੋ 1872 ਤੋਂ ਲੈ ਕੇ ਘਟ ਕੇ ਆਹ 5 ਸਾਲਾਂ ਦੇ ਵਿੱਚ ਕ੍ਰਿਸਮਸ ਟਰੀ ਦੇ ਫਾਰਮ 1364 ਰਹਿ ਗਏ। ਤੇ ਕੁਦਰਤੀ ਹੈ ਜੇ ਫਾਰਮ ਘਟ ਗਏ ਤੇ ਕ੍ਰਿਸਮਸ ਟਰੀ ਘਟ ਗਏ, ਤੇ ਜੇ ਘਟ ਗਏ ਤਾਂ ਉਹਨਾਂ ਦੀ ਕੀਮਤ ਕੁਦਰਤੀ ਤੌਰ ਦੇ ਉੱਤੇ ਜ਼ਿਆਦਾ ਹੋਣੀ ਹੈ। 20,000 ਏਕੜ ਜਿਹੜਾ ਕ੍ਰਿਸਮਸ ਟਰੀ ਦੇ ਅੰਡਰ ਹੁੰਦਾ ਸੀ ਜਿਹੜੀ ਜ਼ਮੀਨ, ਉਹ ਘਟ ਗਈ 20,000 ਏਕੜ। ਤੇ ਤੁਸੀਂ ਇਹ ਦੇਖ ਲਓ ਕਿ ਜਿਹਦੇ ਵਿੱਚ 30 ਮਿਲੀਅਨ ਟਰੀਜ਼ ਹੋਰ ਗਰੋ ਕੀਤੇ ਜਾ ਸਕਦੇ ਸੀ। ਸੋ ਇਸ ਵੇਲੇ ਕਿਹਾ ਜਾ ਰਿਹਾ ਕਿ ਸ਼ਾਰਟੇਜ 2008 ਤੋਂ ਵੀ ਇੱਥੇ ਤੱਕ ਆਉਂਦੀ ਆ, ਉਹਨੂੰ ਵੀ ਜੋੜ ਕੇ ਦੇਖਿਆ ਜਾ ਸਕਦਾ। ਉਸ ਵੇਲੇ ਜਿਹੜਾ ਕ੍ਰਾਈਸਿਸ ਹੈਗਾ, ਡਰਾਟ ਸੀ, ਵੈਦਰ ਦੀਆਂ ਕੰਡੀਸ਼ਨਸ ਨੇ, ਸਾਰੇ ਫੈਕਟਰਸ ਕਰਕੇ ਇਸ ਵਾਰੀ ਕ੍ਰਿਸਮਸ ਟਰੀ ਲੋਕਾਂ ਨੂੰ ਮਹਿੰਗਾ ਪੈ ਰਿਹਾ। $16 ਤੋਂ ਲੈ ਕੇ $19 ਇੱਕ ਫੁੱਟ ਵੈਨਕੂਵਰ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਮਿਲ ਜਾਂਦਾ ਆ, ਤੇ ਇਹਦੀ ਕੀਮਤ ਜਿਹੜੀ ਆ ਹੌਲੀ ਹੌਲੀ ਉੱਤੇ ਜਾ ਰਹੀ ਹੈ, ਜਿਹੜੀ ਇਸ ਵੇਲੇ ਮਹਿੰਗਾਈ ਨਾਲ ਲੜ ਰਹੇ ਲੋਕਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਬਣੀ ਹੋਈ ਆ। ਮੌਸਮ, ਵੱਧਦੀਆਂ ਕੀਮਤਾਂ, ਤੇ ਇਹ ਸਾਰਾ ਕੁਝ ਇਹਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ। ਚੀਨ ਦੇ ਨਾਲ ਕੈਨੇਡਾ ਦੇ ਸੰਬੰਧ ਬਹੁਤੇ ਚੰਗੇ ਨਹੀਂ। ਕਈ ਗੱਲਾਂ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈਆਂ। ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਟਰੇਡ ਸੀ ਉਹਦੇ ਵਿੱਚ ਫਰਕ ਪਿਆ ਸੀ ਪਿਛਲੇ ਸਮੇਂ ਦੇ ਵਿੱਚ। ਚੀਨ ਦੀ ਇੱਕ ਹਵਾਈ ਕੰਪਨੀ ਦੀ ਅਧਿਕਾਰੀ ਨੂੰ ਇੱਥੇ ਵੈਨਕੂਵਰ ਏਅਰਪੋਰਟ ਦੇ ਉੱਤੇ ਰੋਕਣਾ ਅਮਰੀਕਾ ਦੇ ਕਹਿਣ ਦੇ ਉੱਤੇ, ਤੇ ਫਿਰ ਬਾਅਦ ਦੇ ਵਿੱਚ ਜਿਹੜਾ ਚੀਨ ਦਾ ਕੈਨੇਡਾ ਦੇ 2 ਜਿਹੜੇ ਸਿਟੀਜ਼ਨ ਸੀ ਮਾਈਕਲਸ, ਉਹਨਾਂ ਦੋਵਾਂ ਨੂੰ ਰੋਕਣਾ, ਉੱਥੇ ਫੜਨਾ, ਇਹ ਸਾਰਾ ਕੁਝ ਕਿਤੇ ਨਾ ਕਿਤੇ ਰਿਸ਼ਤੇ ਦੇ ਵਿੱਚ ਘੁੜੱਤਣ ਬਣਦਾ ਰਿਹਾ। ਪਿਛਲੇ ਸਮੇਂ ਦੇ ਵਿੱਚ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਦੇ ਵਿੱਚ ਜਿਹੜਾ ਸਮਿਟ ਸੀਗਾ, ਉੱਥੇ ਵੀ ਉੱਥੋਂ ਦੇ ਪ੍ਰੈਜ਼ੀਡੈਂਟ ਤੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦੇ ਵਿਚਕਾਰ ਥੋੜ੍ਹੀ ਜਿਹੀ ਗੱਲਬਾਤ ਤਲਖ ਤਰੀਕੇ ਦੇ ਨਾਲ ਹੋਈ ਸੀ। ਉਸ ਮਾਹੌਲ ਦੇ ਵਿੱਚ ਗੱਲਬਾਤ ਨਹੀਂ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਜਿਹੜੀ ਸਾਡੇ ਦੇ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ, ਚੀਨ ਦੇ ਪ੍ਰੈਜ਼ੀਡੈਂਟ ਨੇ ਸਾਡੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਜਿਹੜੀ ਸਾਡੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਲੀਕ ਕਿੱਦਾਂ ਹੋ ਗਈ ਬਾਹਰ, ਸਾਰੀ ਬਾਹਰ ਕਿੱਦਾਂ ਚਲੀ ਗਈ। ਤੇ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਅਸੀਂ ਇੱਦਾਂ ਹੀ ਕਰਦੇ ਹਾਂ, ਸਾਡੇ ਲਈ ਸਾਰੀਆਂ ਗੱਲਾਂ ਓਪਨ ਹੁੰਦੀਆਂ, ਅਸੀਂ ਸਾਰਿਆਂ ਨਾਲ ਡਿਸਕਸ ਕਰਦੇ ਹਾਂ। ਹੁਣ ਜਿਹੜੀ ਰਿਪੋਰਟ ਆ ਰਹੀ ਆ ਕਿ ਚੀਨ ਦੀ ਮਿਲਟਰੀ ਨੇ ਕਈ ਵਾਰੀ ਜਿਹੜੀ ਰਾਇਲ ਕੈਨੇਡੀਅਨ ਏਅਰ ਫੋਰਸ ਦੇ ਪੈਟਰੋਲ ਪਲੇਨ ਨੇ, ਜਹਾਜ਼ ਉੱਡਦੇ ਆ, ਸਰਵੇਲੈਂਸ ਦੇ ਰਹੀ ਜਾਪਾਨ ਦੇ ਵਿੱਚੋਂ ਉੜੇ ਆ, ਉਹਨਾਂ ਨੂੰ ਕਈ ਵਾਰੀ ਰੋਕਿਆ ਜਾਂ ਉਹਨਾਂ ਦੇ ਵਿੱਚ ਅੜਿੱਕਾ ਬਣਿਆ। ਇਹ ਜਹਾਜ਼ ਕਿਉਂ ਉੜਦੇ ਆ ਉੱਥੇ ਰਾਇਲ ਕੈਨੇਡੀਅਨ ਏਅਰ ਫੋਰਸ ਦੇ? ਕਿਉਂਕਿ ਇੰਟਰਨੈਸ਼ਨਲ ਐਫਰਟਸ ਕੀਤੇ ਜਾ ਰਹੇ ਆ, ਜਿਹੜੀਆਂ ਸੈਂਕਸ਼ਨਸ ਨਾਰਥ ਕੋਰੀਆ ਦੇ ਅਗੇਂਸਟ ਲੱਗੀਆਂ ਆ। ਇਹ ਉੱਥੋਂ ਕੈਨੇਡਾ ਦੇ ਜਹਾਜ਼ ਜਿਹੜੀ ਸਾਡੇ ਜਿਹੜੇ ਰਾਇਲ ਕੈਨੇਡੀਅਨ ਏਅਰ ਫੋਰਸ ਪੈਟਰੋਲ ਜਹਾਜ਼ ਆ, ਚੀਨ ਦੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਅੜਿੱਕਾ ਬਣਦੇ ਆ, ਤੇ ਗੱਲਬਾਤ ਕਹਿੰਦੇ ਕਈ ਵਾਰੀ ਹੋ ਚੁੱਕੀ ਆ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ ਕੱਲ੍ਹ ਮੰਗਲਵਾਰ ਨੂੰ ਇਹ ਕਨਫਰਮੇਸ਼ਨ ਕੀਤੀ। ਉਹਨਾਂ ਦਾ ਸਪੋਕਸਪਰਸਨ ਆ, ਉਹਨਾਂ ਨੇ ਦੱਸਿਆ ਕਿ ਜਿਹੜੇ ਕੈਨੇਡੀਅਨ CP-140 ਔਰਾ ਏਅਰਕ੍ਰਾਫਟ ਆ, ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਬਹੁਤ ਵਾਰੀ। ਜਿਹੜੀ ਪੀਪਲਜ਼ ਲਿਬਰੇਸ਼ਨ ਆਰਮੀ ਏਅਰ ਫੋਰਸ ਆ, PLAAF, ਚੀਨ ਦੀ ਜਿਹੜੀ ਹੈਗੀ ਆ, ਉਹਨਾਂ ਦੁਆਰਾ ਆਪਰੇਸ਼ਨ ਨੀਓਨ ਦੇ ਦੌਰਾਨ, ਇੱਕ ਆਪਰੇਸ਼ਨ ਸੀ ਨੀਓਨ, ਉਹਦੇ ਦੌਰਾਨ ਜਿਹੜਾ ਕੈਨੇਡੀਅਨ ਆਰਮਡ ਫੋਰਸਿਸ ਨੇ ਜਿਹੜੀਆਂ ਸੈਂਕਸ਼ਨ ਲੱਗੀਆਂ ਆ, ਉਹਨੂੰ ਮੋਨੀਟਰ ਕਰਨ ਦੇ ਲਈ ਵੈਸਟਰਨ ਪੈਸੀਫਿਕ ਰੀਜਨ ਦੇ ਉੱਤੇ ਚੀਨ ਨੇ ਵਾਰ-ਵਾਰ ਮਤਲਬ ਇਹਨਾਂ ਨੂੰ ਇਹਨਾਂ ਦੇ ਕੈਨੇਡਾ ਦੇ ਜਹਾਜ਼ਾਂ ਨੂੰ ਇੰਟਰਸੈਪਟ ਬਹੁਤ ਵਾਰੀ ਕੀਤਾ ਆ। ਇਹ ਰਿਪੋਰਟ ਅੱਜ ਸਾਹਮਣੇ ਆਈ ਹੈ। ਇਹਨਾਂ ਨੇ ਇਹ ਗੱਲਬਾਤ ਦੱਸੀ ਆ ਕਿ ਅਸੀਂ ਜਿਹੜੀ ਇਹ ਸੀਗਾ ਵੀ ਅਸੀਂ ਚਾਹੁੰਦੇ ਹਾਂ ਕਿ ਸੇਫ ਤਰੀਕੇ ਦੇ ਨਾਲ ਉੱਥੇ ਸਾਰਾ ਕੁਝ ਹੋਵੇ ਤੇ ਲਾਫੁਲ ਸੈਪਰੇਸ਼ਨ ਹੋਵੇ ਏਅਰ ਸਪੇਸ ਦੀ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਸਪੋਕਸਪਰਸਨ ਜੈਸਿਕਾ ਲੈਮੇਰੇਡ ਨੇ ਅੱਜ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਦੱਸਿਆ, ਉਹ ਕਹਿੰਦੇ ਸਾਡਾ ਜਿਹੜਾ ਪ੍ਰਾਇਮਰੀ ਕੰਸਰਨ ਆ ਉਹ ਸੇਫਟੀ ਆ, ਕਿ ਉੱਥੇ ਸਾਡੀ ਸੇਫਟੀ ਕਿੱਦਾਂ ਰਹਿੰਦੇ ਆ। ਹਾਲਾਂਕਿ ਕੈਨੇਡਾ ਨੇ ਉਹ ਡੇਟਸ ਨਹੀਂ ਡਿਸਕਲੋਜ਼ ਕੀਤੀਆਂ ਕਿ ਕਦੋਂ ਇਹ ਸਾਰਾ ਕੁਝ ਵਾਪਰਿਆ, ਪਰ ਫਿਰ ਵੀ ਜਿਹੜੇ ਬਹੁਤ ਸਾਰੀਆਂ ਇਹਦੀਆਂ ਚੀਜ਼ਾਂ ਸੀ ਉਹ ਸਾਹਮਣੇ ਆਈਆਂ। ਤੇ ਇੱਕ ਚਿੰਤਾ ਵਾਲੀ ਗੱਲ ਵੀ ਆ ਕਿ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਇਹਨੂੰ ਡਿਸਕਸ ਕਰ ਰਿਹਾ ਆ ਕਿ ਕਿਉਂ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਸਾਡੇ ਜਹਾਜ਼ਾਂ ਨੂੰ, ਰਾਇਲ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ਾਂ ਨੂੰ ਚੀਨ ਦੁਆਰਾ, ਤੇ ਇਹਨੂੰ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਆ। ਔਰੋਰਾ ਏਅਰਕ੍ਰਾਫਟ ਜਿਹੜੇ ਆ ਉਹ
ਜਿਹੜੇ ਡਿਪਲੋਇਡ ਕੀਤੇ ਸੀ ਜਦੋਂ ਉੱਥੇ ਆਪਰੇਸ਼ਨ ਨਿਓਨ ਦੇ ਵਿੱਚ ਅਕਤੂਬਰ 19 ਤੋਂ ਲੈ ਕੇ ਨਵੰਬਰ 30 ਤੱਕ ਕੈਨੇਡੀਅਨ ਆਰਮ ਫੋਰਸਿਸ ਦੇ ਲਈ ਉੱਥੇ ਇਹ ਉੱਡੇ ਆ। ਤੇ ਕੈਨੇਡੀਅਨ ਮਿਲਟਰੀ ਨੇ ਇਹ ਜਿਹੜਾ ਆਪਰੇਸ਼ਨ ਨਿਓਨ ਸੀਗਾ 2018 ਦੇ ਵਿੱਚ ਅੰਬਾਰਕ ਕੀਤਾ ਸੀ ਇਹਨੂੰ, ਤੇ ਇਹਨੂੰ ਐਕਸਟੈਂਡ ਕੀਤਾ ਸੀ ਬਾਅਦ ਦੇ ਵਿੱਚ ਐਂਡ ਆਫ ਅਪ੍ਰੈਲ 2023 ਤੱਕ। ਉਸ ਇੱਕ ਆਪਰੇਸ਼ਨ ਦੇ ਦੌਰਾਨ ਚੀਨ ਨੇ ਸਿੱਧਾ ਕੈਨੇਡਾ ਦੇ ਇਹਨਾਂ ਜਿਹੜੀਆਂ ਫੋਰਸਿਸ ਦੇ ਜਹਾਜ਼ ਸੀ ਉਹਨਾਂ ਨੂੰ ਇੰਟਰਸੈਪਟ ਕਿੰਨੀ ਵਾਰੀ ਕੀਤਾ ਹੈ, ਤੇ ਇਹ ਗੱਲਬਾਤ ਹੁਣ ਖੁੱਲ੍ਹ ਕੇ ਸਾਹਮਣੇ ਆਈ। 4 ਦਿਨ ਹਫ਼ਤੇ ਦੇ ਵਿੱਚ ਕੰਮ ਹੋਣਾ ਚਾਹੀਦਾ, ਜਾਂ ਹਫ਼ਤੇ ਦੇ ਵਿੱਚ 5 ਦਿਨ ਦੀ ਥਾਂ 4 ਦਿਨ ਜੇਕਰ ਕੰਮ ਹੋਊਗਾ ਤਾਂ ਕੰਮ ਵੀ ਜ਼ਿਆਦਾ ਹੋਊਗਾ, ਲੋਕ ਵੀ ਸੌਖੇ ਰਹਿਣਗੇ। ਇਹ ਇੱਕ ਧਾਰਨਾ ਦੁਨੀਆ ਦੇ ਵਿੱਚ ਚੱਲ ਰਹੀ ਹੈ। ਕਈ ਦੇਸ਼ ਇਹਦੇ ਉੱਤੇ ਫਿਨਲੈਂਡ ਵਰਗੇ ਗੱਲਬਾਤ ਕਰ ਰਹੇ ਆ। ਇੰਗਲੈਂਡ ਦੇ ਵਿੱਚ ਇੱਕ ਰਿਸਰਚ ਸ਼ੁਰੂ ਹੋਈ ਹੈ ਕਾਫੀ ਦਿਨ ਤੋਂ, ਕਾਫੀ ਸਮੇਂ ਤੋਂ, ਕਾਫੀ ਮਹੀਨਿਆਂ ਤੋਂ, ਜਿਹੜੀ ਹੁਣ ਅਮਰੀਕਾ ਕੈਨੇਡਾ ਦੇ ਵਿੱਚ ਵੀ ਚੱਲ ਰਹੀ ਹੈ। ਉਹ ਰਿਸਰਚ ਦੇ ਵਿੱਚ ਇਹ ਆ ਕਿ ਲੋਕਾਂ ਨੂੰ ਉਹਨਾਂ ਨੇ ਜਿੰਨਾ ਕੰਮ ਉਹ 5 ਦਿਨ 'ਚ ਕਰਦੇ ਸੀ ਉਹ ਕਹਿੰਦੇ ਤੁਸੀਂ 4 ਦਿਨ 'ਚ ਕਰੋ, ਤੇ 4 ਦਿਨ 'ਚ ਜਿੰਨਾ ਕੰਮ ਕਰੋਗੇ ਤੁਹਾਨੂੰ ਪੇ ਜਿਹੜੀ ਉਨੀ ਦਿੱਤੀ ਜਾਊਗੀ ਜਿੰਨੀ ਪਹਿਲਾਂ ਦਿੱਤੀ ਜਾਂਦੀ ਹੈ, ਤੇ ਤੁਹਾਨੂੰ ਜਿਹੜੀਆਂ ਸੈਟਰਡੇ ਸੰਡੇ ਆਫ ਦੀ ਬਜਾਏ ਫਰਾਈਡੇ ਸੈਟਰਡੇ ਸੰਡੇ 3 ਦਿਨ ਆਫ ਹੋ ਜਾਊਗਾ। ਹੁਣ ਉਹਦੇ ਇੱਕ ਬਹੁਤ ਵੱਡੀ ਰਿਸਰਚ ਆ ਜਿਹੜੀ ਚੱਲ ਰਹੀ ਹੈ 4 ਡੇ ਵਰਕ ਵੀਕ ਦੀ, ਤੇ ਹੁਣ ਉਹਦੇ ਵਿੱਚ ਇੱਕ ਵਰਡਿਕਟ ਜਿਹੜੀ ਸਾਹਮਣੇ ਆਈ ਹੈ ਵੀ ਇਹ ਚੰਗੀ ਗੱਲ ਆ ਬਿਜ਼ਨਸ ਦੇ ਲਈ। 6 ਮਹੀਨੇ ਹੋ ਗਏ, 33 ਕੰਪਨੀਆਂ ਇਹਦੇ ਵਿੱਚ ਇਨਵੋਲਵਸ ਨੇ, 903 ਵਰਕਰਸ ਜਿਹੜੀਆਂ ਤੇ ਉਹਨਾਂ ਦੇ ਸ਼ਡਿਊਲ ਤੇ ਟ੍ਰੇਨਿੰਗ ਹੈਗੀਆਂ। ਕੋਈ ਉਹਦੇ ਵਿੱਚ ਪੇ ਦੇ ਵਿੱਚ ਰਿਡਕਸ਼ਨ ਨਹੀਂ ਆ, ਨਾ ਉਹਨਾਂ ਨੂੰ ਕੁਛ ਉਹ ਕੀਤਾ ਆ। ਹੁਣ ਉਹ ਸਾਰਾ ਕੁਛ ਜਿਹੜਾ ਇਹ ਗਲੋਬਲ ਪਾਇਲਟ ਪ੍ਰੋਗਰਾਮ ਇੱਕ ਚੱਲ ਰਿਹਾ ਆ, ਇਹਨਾਂ ਦੇ ਵਿੱਚ ਜਿਹੜੀਆਂ 27 ਪਾਰਟੀਸਪੇਟਿੰਗ ਕੰਪਨੀਜ਼ ਆ ਜਿਨ੍ਹਾਂ ਨੇ ਇਹਨੂੰ ਰਿਸਪੌਂਡ ਕੀਤਾ 4 ਡੇ ਲਈ 4 ਡੇ ਵੀਕ ਗਲੋਬਲ, ਉਹਨਾਂ ਨੇ ਇਹ ਕਿਹਾ ਕਿ ਹੁਣ ਉਹ ਲਰਨ ਕਰ ਰਹੇ ਆ ਕਿਸੇ ਤਰ੍ਹਾਂ ਇਹਨੂੰ ਪਲਾਨ ਕਰਨ ਦੇ ਲਈ। ਤੇ ਹੁਣ ਉਹ ਕਹਿੰਦੇ ਟਰਾਇਲ ਤੋਂ ਬਾਅਦ ਉਹ ਵਾਪਸ 5 ਦਿਨਾਂ ਦੇ ਰੂਟੀਨ ਦੇ ਉੱਤੇ ਆ ਰਹੇ ਆ। ਤੇ ਜਿਨ੍ਹਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਕੰਪਨੀਆਂ ਤੇ ਜਿਹੜੇ ਵਰਕਰ ਨੇ, 97% 495 ਇੰਪਲਾਈਜ਼ ਦੇ ਵਿੱਚੋਂ ਜਿਹਨਾਂ ਨੇ ਰਿਸਪੌਂਡ ਕੀਤਾ ਉਹ ਕਹਿੰਦੇ ਵੀ ਅਸੀਂ 4 ਦਿਨ ਦਾ ਕੰਮ ਹੀ ਚਾਹੁੰਦੇ ਹਾਂ। ਇੱਕ ਹਾਈਪੋਥੇਸਿਸ ਸੀਗਾ ਕਿ ਜੇਕਰ 5 ਦਿਨ ਦੀ ਥਾਂ 4 ਦਿਨ ਕੰਮ ਕਰਾਇਆ ਜਾਵੇ, ਕਾਮਾ ਵੀ ਖੁਸ਼ ਆ, ਕੰਮ ਵੀ ਜ਼ਿਆਦਾ ਕਰੂਗਾ, ਕੰਪਨੀ ਦਾ ਵੀ ਫਾਇਦਾ। ਉਹਦੇ ਲਈ ਟਰਾਇਲ ਸ਼ੁਰੂ ਕੀਤਾ ਗਿਆ 6 ਮਹੀਨੇ ਪਹਿਲਾਂ। ਇਹ ਟਰਾਇਲ ਜਿਹੜਾ ਹੁਣ ਯੂਨਾਈਟਿਡ ਸਟੇਟਸ ਦੇ ਵਿੱਚ ਬੇਸਡ ਆ ਇਸ ਵੇਲੇ ਇਹ ਚੱਲ ਰਿਹਾ, ਤੇ ਉਹਦੇ ਵਿੱਚੋਂ ਗੱਲ ਸਾਹਮਣੇ ਜਿਹੜੀ ਨਿਕਲ ਕੇ ਇਹ ਆ ਰਹੀ ਆ ਕਿ ਮਤਲਬ ਵੀ ਕੰਪਨੀ ਦਾ ਵੀ ਫਾਇਦਾ ਆ ਤੇ ਵਰਕਰਾਂ ਦਾ ਵੀ ਫਾਇਦਾ ਆ। ਵਰਕਰ ਇਕੁਅਲੀ ਪੋਜ਼ਿਟਿਵ ਨੇ ਇਸ ਟਰਾਇਲ ਦੇ ਵਿੱਚ, ਜਿਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਸਟਰੈਸ ਬਹੁਤ ਘੱਟ ਆ, ਲੋਅਰ ਲੈਵਲ ਦੀ ਸਟਰੈਸ ਆ, ਫਟੀਕ ਘੱਟ ਆ, ਇਨਸੋਮਨੀਆ ਜਾਂ ਬਰਨਆਊਟ ਹੈ ਨਹੀਂ ਗਾ। ਦੂਜਾ ਫਿਜ਼ੀਕਲ ਤੇ ਮੈਂਟਲ ਹੈਲਥ ਦੇ ਵਿੱਚ ਇੰਪਰੂਵਮੈਂਟ ਆ। ਇਹ ਟਰਾਇਲ ਜਿਹੜੀ ਆ ਕੰਪਨੀ ਦੀ ਕਮਾਈ ਦੇ ਲਈ ਵੀ ਚੰਗਾ ਦੱਸਿਆ ਜਾ ਰਿਹਾ। ਜਿੰਨੀ ਕੰਪਨੀ ਪਹਿਲਾਂ ਕਮਾਉਂਦੀ ਸੀ ਉਹਦੇ ਵਿੱਚ ਐਵਰੇਜ ਰੈਵਨਿਊ ਦੱਸਦੇ ਆ ਕਿ 38% ਜ਼ਿਆਦਾ ਹੋ ਗਿਆ ਜੇਕਰ ਉਸੇ ਸਮੇਂ ਦੇ ਵਿੱਚ ਪਿਛਲੇ ਸਾਲ ਜਦੋਂ ਸਾਰੇ ਜਣੇ 5 ਦਿਨ ਕੰਮ ਕਰਦੇ ਸੀ ਉਹਦਾ ਹਿਸਾਬ ਲਾ ਕੇ ਦੇਖਿਆ ਜਾਵੇ। 4 ਡੇ ਵਰਕ 4 ਡੇ ਵੀਕ ਗਲੋਬਲ ਇਹ ਨਾਂ ਆ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ, ਜਿਹੜੀ ਕੋਲੈਬੋਰੇਸ਼ਨ ਕਰ ਰਹੀ ਹੈ ਰਿਸਰਚਰਸ ਦੇ ਨਾਲ, ਜਿਹੜੇ ਬੋਸਟਨ ਕਾਲਜ, ਯੂਨੀਵਰਸਿਟੀ ਕਾਲਜ ਡਬਲਿਨ ਦੇ ਵਿੱਚ ਤੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਇਸ ਟਰਾਇਲ ਦੇ ਲਈ। ਇਹਨੂੰ 2 ਕੋਹਰਟਸ ਦੇ ਵਿੱਚ ਸਪਲਿਟ ਕੀਤਾ ਹੈ। ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਦੂਜਾ ਐਸੇ ਸਾਲ ਅਪ੍ਰੈਲ ਦੇ ਵਿੱਚ ਸ਼ੁਰੂ ਹੋਇਆ ਸੀ। ਇਹ ਜਿਹੜੇ ਬੋਸਟਨ ਕਾਲਜ ਦੇ ਕੁਝ ਪ੍ਰੋਫੈਸਰ ਨੇ ਉਹ ਹੁਣ ਇਸ ਸਿੱਟੇ ਉੱਤੇ ਪਹੁੰਚ ਰਹੇ ਆ ਕਿ ਠੀਕ ਆ 4 ਦਿਨ ਕੰਮ ਕਰਨ ਦੇ ਨਾਲ ਸਾਰਿਆਂ ਦਾ ਹੀ ਫਾਇਦਾ ਆ, ਤੇ 5 ਦਿਨ ਦੀ ਥਾਂ ਦੇ ਉੱਤੇ ਲੋਕਾਂ ਦੇ ਲਈ ਤੇ ਬਿਜ਼ਨਸ ਦੇ ਲਈ ਇੱਕ ਬਹੁਤ ਵੱਡੀ ਚੀਜ਼ ਆ। ਕਹਿੰਦੇ ਜੀ 4 ਦਿਨ ਕੰਮ ਕਰਦੇ ਜਿਹੜਾ ਕੰਮ ਕਰਨ ਵਾਲਾ ਸਟਾਫ ਆ ਜ਼ਿਆਦਾ ਫੋਕਸਡ ਰਹਿੰਦਾ, ਉਹ ਜ਼ਿਆਦਾ ਇੰਗੇਜ ਰਹਿੰਦਾ, ਜ਼ਿਆਦਾ ਡੈਡੀਕੇਟ ਰਹਿੰਦਾ, ਉਹ ਜ਼ਿਆਦਾ ਹੈਲਪ ਕਰਦਾ ਹੈ ਕਿ ਜਿਹੜੇ ਉਹਨੇ ਗੋਲ ਅਚੀਵ ਕਰਨੇ ਆ ਉਹਦੇ ਉੱਤੇ। ਹੁਣ ਸੈਪਰੇਟ 6 ਮਹੀਨੇ ਦਾ ਇਹ ਟਰਾਇਲ ਯੂਨਾਈਟਿਡ ਕਿੰਗਡਮ ਦੇ ਵਿੱਚ ਚੱਲਿਆ, 4 ਡੇ ਵੀਕ ਗਲੋਬਲ ਦਾ, ਜਿਹਦੇ ਵਿੱਚ 70 ਕੰਪਨੀਆਂ ਇਨਕਲੂਡਡ ਸੀ ਤੇ 3300 ਵਰਕਰ ਸੀ। ਇਹ ਐਸੇ ਮਹੀਨੇ ਰੈਪ ਅਪ ਹੋਇਆ ਆ, ਤੇ ਉਹਦੇ ਜਿਹੜੇ ਰਿਜ਼ਲਟ ਆ ਟਰਾਇਲ ਦੇ ਦੁਨੀਆ ਦੇ ਮਤਲਬ ਸਭ ਤੋਂ ਵੱਡੇ ਰਿਜ਼ਲਟ ਇਸ ਸੰਬੰਧੀ ਦੱਸੇ ਜਾ ਰਹੇ ਆ, ਤੇ ਜਿਹਦੇ ਵਿੱਚ ਕਿ ਆਉਣ ਵਾਲਾ ਜਿਹੜਾ ਕਿੰਨਾ ਚਿਰ ਕੰਮ ਹੋਣਾ ਚਾਹੀਦਾ, ਜਿਹੜਾ ਵਰਕਿੰਗ ਵੀਕ ਆ ਇਹਨੂੰ ਛੋਟਾ ਕਰਨਾ, ਇਹਦੇ ਨਾਲ ਇੱਕ ਵੱਖਰੀ ਗੱਲਬਾਤ ਹੋ ਸਕਦੀ। ਕੋਈ ਸਮਾਂ ਸੀ ਜਦੋਂ 7 ਦਿਨ ਕੰਮ ਕਰਦੇ ਸੀ, ਕੋਈ ਸਮਾਂ ਸੀ ਜਦੋਂ ਕਿੰਨੇ ਘੰਟੇ ਹੀ ਲੋਕ ਕੰਮ ਕਰਦੇ ਸੀ, ਫਿਰ ਇੱਕ ਦਿਨ ਆਇਆ ਜਦੋਂ ਸਿਰਫ 8 ਘੰਟੇ ਤੱਕ ਦਿਨ ਨੂੰ ਲਿਮਿਟ ਕਰ ਦਿੱਤਾ ਗਿਆ, ਫਿਰ 40 ਘੰਟੇ ਵੀਕ ਦੇ 8 ਦਿਨ ਤੇ 5 ਜਿਹੜੇ 8 ਘੰਟੇ 5 ਦਿਨ, ਤੇ ਹੁਣ
ਕਹਿੰਦੇ ਕਿ ਕੰਮ 4 ਦਿਨ ਹੀ ਹੋਣਾ ਚਾਹੀਦਾ ਤੇ ਇਹਦੇ ਟਰਾਇਲ ਚੱਲ ਰਹੇ ਆ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕਿਹੜੇ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ। ਅਗਲੀ ਖਬਰ ਟੋਰਾਂਟੋ ਤੋਂ ਆ। ਓਨਟਾਰੀਓ ਦੇ ਵਿੱਚ ਦੱਸਦੇ ਆ ਕਿ 38% ਕੋਵਿਡ-19 ਵੈਕਸੀਨ ਡੋਜ਼ਜ਼ ਵੇਸਟ ਕੀਤੀਆਂ ਗਈਆਂ ਫਰਵਰੀ ਤੋਂ ਲੈ ਕੇ ਜੂਨ ਦੇ ਵਿੱਚ, ਕਿਉਂਕਿ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਲੱਗਾ ਕਿ ਵੈਕਸੀਨ ਚਾਹੀਦੀ ਕਿੰਨੀ ਆ। ਜਿਹੜੀ ਡਿਮਾਂਡ ਸੀ ਬੂਸਟਰਸ ਦੇ ਲਈ ਓਵਰ ਐਸਟੀਮੇਟ ਹੋ ਗਈ ਤੇ ਉਹ ਜਿੰਨਾ ਚਿਰ ਉਹਨਾਂ ਦੀ ਸੀਗੀ ਬਾਅਦ ਦੇ ਵਿੱਚ ਸਾਰੀ ਵੈਕਸੀਨ ਜਿਹੜੀ ਸੀਗੀ ਕਹਿੰਦੇ ਸਿੱਟਣੀ ਪਈ ਆ। ਤੇ ਇਹਦੇ ਬਾਰੇ ਹੁਣ ਸਵਾਲ ਜਵਾਬ ਹੋ ਰਿਹਾ ਵੀ ਇਹਦੇ ਲਈ ਜ਼ਿੰਮੇਵਾਰ ਕੌਣ ਆ? ਕੀ ਜਿਨ੍ਹਾਂ ਨੇ ਅੰਦਾਜ਼ਾ ਲਾਉਣਾ ਸੀ ਕਿ ਕਿੰਨੀ ਵੈਕਸੀਨ ਚਾਹੀਦੀ ਆ ਉਹਨਾਂ ਨੇ ਅੰਦਾਜ਼ਾ ਗਲਤ ਲਾ ਦਿੱਤਾ, ਜਾਂ ਮਤਲਬ ਡਿਸਆਰਗੇਨਾਈਜ਼ ਬੁਕਿੰਗ ਸਿਸਟਮ ਆ ਕਿ ਇਹਨੂੰ ਪਤਾ ਹੀ ਨਹੀਂ ਕਿ ਕਿੰਨੀ ਵੈਕਸੀਨ ਚਾਹੀਦੀ ਆ, ਜਾਂ ਇਹਨਾਂ ਕੋਲੇ ਅਡਲਟ ਵੈਕਸੀਨੇਸ਼ਨ ਦਾ ਫੁੱਲੀ ਟਰੈਕ ਹੀ ਹੈ ਨਹੀਂ ਕਿ ਬੇਸਿਕਲੀ ਪਤਾ ਹੀ ਨਹੀਂ ਕਿ ਕਿੰਨੀ ਜਿਹੜੀ ਵੈਕਸੀਨ ਆ ਉਹ ਅਡਲਟ ਦੇ ਵਿੱਚ ਲੱਗੀ ਆ ਜਾਂ ਲੱਗਣੀ ਆ। ਆਡੀਟਰ ਜਨਰਲ ਨੇ ਉੱਥੇ ਦੇ ਬੋਨੀ ਲਿਸਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਐਨੂਅਲ ਰਿਪੋਰਟ ਜਿਹੜੀ ਅੱਜ ਬੁੱਧਵਾਰ ਨੂੰ ਆਈ ਆ ਕਿ ਓਵਰਆਲ ਕੋਵਿਡ-19 ਵੈਕਸੀਨ ਵੇਸਟੇਜ 9% ਆ, ਜਾਂ ਇਹਦਾ ਕਹਿ ਲਓ 3.4 ਮਿਲੀਅਨ ਡੋਜ਼ਜ਼, 3.4 ਮਿਲੀਅਨ ਡੋਜ਼ਜ਼ ਵੈਕਸੀਨ ਦੀਆਂ ਵੇਸਟ ਹੋ ਗਈਆਂ। ਇਹਦੇ ਵਿੱਚੋਂ ਅੱਧੀ ਜਿਹੜੀ ਆ ਅਵੋਇਡ ਕੀਤੀ ਜਾ ਸਕਦੀ ਸੀ ਜੇਕਰ ਡਿਮਾਂਡ ਜਿਹੜੇ ਮੰਗ ਨੂੰ ਪਹਿਲਾਂ ਜਾਂਚ ਲਿਆ ਜਾਂਦਾ। ਮਤਲਬ ਜੇ ਉਹਨਾਂ ਨੂੰ ਇੰਨਾ ਪਤਾ ਲੱਗ ਜਾਂਦਾ ਕਿ ਕਿੰਨੀ ਵੈਕਸੀਨ ਦੀ ਲੋੜ ਆ, ਜੇ ਇਸ ਚੀਜ਼ ਨੂੰ ਉਹ ਚੰਗੀ ਤਰ੍ਹਾਂ ਸਮਝ ਲੈਂਦੇ ਤਾਂ ਫਿਰ ਅੱਧੀ ਬਚ ਸਕਦੀ ਸੀ। ਇਹਦੇ 'ਚ 3.4 ਮਿਲੀਅਨ ਡੋਜ਼ਜ਼ ਬਹੁਤ ਹੁੰਦੀਆਂ ਵੈਕਸੀਨ ਦੀਆਂ ਕਿਤੇ ਵੀ। ਸੋ ਜਿਹੜੀ ਵੇਸਟੇਜ ਰੇਟ ਆ ਉਹ ਬਹੁਤ ਵੱਡਾ ਦੱਸਿਆ ਜਾ ਰਿਹਾ ਆ ਕਿ ਇਹ ਬਹੁਤ ਜ਼ਿਆਦਾ ਆ। ਜਿਹੜੀ ਇੱਕ ਪ੍ਰਾਈਵੇਟ ਕੰਪਨੀ ਆ ਉਹਨੇ 57% ਵੇਸਟ ਕੀਤੀ ਇਹਦੀ ਸਪਲਾਈ ਮਈ 2021 ਤੇ ਮਈ 2022 ਦੇ ਵਿੱਚ। ਪਰ ਪ੍ਰੋਵਿੰਸ ਜਿਹੜਾ ਆ ਉਹਦੇ ਕੋਲੇ ਇਹਦਾ ਕੌਜ਼ ਹੀ ਨਹੀਂ ਪਤਾ ਲੱਗਿਆ ਵੀ ਇਹਦਾ ਕੌਜ਼ ਕੀ ਸੀਗਾ। ਇਹ ਵੀ ਆਇਡੈਂਟੀਫਾਈ ਕੀਤਾ ਗਿਆ ਕਿ ਬੁਕਿੰਗ ਸਿਸਟਮ ਦੇ ਵਿੱਚ ਜਿਹੜਾ ਵੈਕਸੀਨੇਸ਼ਨ ਅਪੁਆਇੰਟਮੈਂਟ ਸੀਗੀ ਉਹਦੇ ਵਿੱਚ ਗਲਤ ਸੀਗਾ। ਪ੍ਰੋਵਿੰਸ ਨੇ ਆਪਣਾ ਨਵਾਂ ਪੋਰਟਲ ਬਣਾਇਆ ਸੀ ਜਿਹਦੇ ਵਿੱਚ ਅੱਧੀ ਪਬਲਿਕ ਹੈਲਥ ਯੂਨਿਟਸ ਜਿਹੜੇ ਆ ਉਹ ਆਪਣਾ ਵਰਤ ਰਹੇ ਸੀ, ਤੇ ਜਿਹੜਾ ਦੂਜੇ ਪਾਸੇ ਇਹਨਾਂ ਨੇ ਪ੍ਰੋਵਿੰਸ ਨੇ ਵੀ ਆਪਣਾ ਪੋਰਟਲ ਬਣਾਇਆ ਸੀ ਜਿਹਦੇ ਕਰਕੇ ਦੱਸਦੇ ਆ ਕਿ ਗੜਬੜ ਹੋ ਗਈ। ਮਲਟੀਪਲ ਬੁਕਿੰਗ ਸਿਸਟਮ ਹੋ ਗਿਆ ਕਿ ਇੱਕ ਬੰਦਾ 5 ਜਗ੍ਹਾ ਦੇ ਉੱਤੇ ਬੁਕਿੰਗ ਕਰਵਾ ਰਿਹਾ ਹੈ ਤੇ ਬਾਅਦ ਵਿੱਚ ਪਤਾ ਇਹ ਲੱਗਿਆ ਵੀ ਉਹ ਡਿਮਾਂਡ ਵੀ ਉਹਨਾਂ ਨੇ 5 ਗੁਣਾ ਵਧਾ ਕੇ ਰੱਖ ਲਈ, ਵੈਕਸੀਨ ਮੰਗਾ ਲਈ ਤੇ ਬੰਦਾ ਲਵਾਉਣ ਵਾਲਾ 21 ਸੀ, ਉਹਨੇ ਇੱਕ ਥਾਂ ਤੋਂ ਲਵਾ ਲਈ ਤੇ ਬਾਕੀ ਸਾਰਾ ਖਤਮ। ਜਿਹੜਾ ਮਲਟੀਪਲ ਬੁਕਿੰਗ ਸਿਸਟਮ ਸੀਗਾ ਉਹਨੇ ਬਹੁਤ ਜ਼ਿਆਦਾ ਇਨਕਰੇਜ ਕੀਤਾ ਵੈਕਸੀਨਸ ਨੂੰ ਕਿ ਜਿਹੜੀ ਮਲਟੀਪਲ ਅਪੁਆਇੰਟਮੈਂਟ ਹੋ ਗਈਆਂ ਕਿ ਲੋਕਾਂ ਨੂੰ ਇਹ ਲੱਗਿਆ ਵੀ ਮੈਨੂੰ ਪਹਿਲਾਂ ਮਿਲ ਜੇ ਕਿਤੇ ਵੀ, ਤੇ ਉਹਨੇ 4-5 ਥਾਂ ਉਹਦੇ 'ਤੇ ਅਪੁਆਇੰਟਮੈਂਟ ਕਰਾ ਲਈ ਹੈ। ਹੁਣ ਜਿੱਥੇ ਅਪੁਆਇੰਟਮੈਂਟ ਬੁੱਕ ਕਰਾਈ ਹੈ ਉਹ ਅਪੁਆਇੰਟਮੈਂਟ ਵਾਲਾ ਕਹਿੰਦਾ ਵੀ ਮੇਰੇ ਕੋਲ ਡਿਮਾਂਡ ਆ ਇੰਨੀ, ਉਹਨਾਂ ਨੇ ਉਸ ਹਿਸਾਬ ਨਾਲ ਆਰਡਰ ਕਰ ਦਿੱਤਾ ਤੇ ਬੰਦਾ ਇੱਕ ਤੋਂ ਉਹਨੇ ਵੈਕਸੀਨ ਲਵਾ ਲਈ। ਤੇ ਜਿਹੜੀ ਦੂਜੀ ਇੱਕ ਹੁਣ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜਾ ਇਹ ਬੁਕਿੰਗ ਸਿਸਟਮ ਆ ਇਹ ਕਿਸੇ ਤਰ੍ਹਾਂ ਸੈਂਟਰਲਾਈਜ਼ਡ ਹੋਵੇ, ਵੀ ਇੱਕ ਥਾਂ ਦੇ ਉੱਤੇ ਹੋਵੇ ਸਾਰਾ ਹਿਸਾਬ ਕਿਤਾਬ, ਪਰ ਉਹ ਹੈ ਨਹੀਂ ਸੀ। ਇਸ ਕਰਕੇ ਕਹਿੰਦੇ ਇਹ ਮਲਟੀਪਲ ਬੁਕਿੰਗਸ ਦੇ ਨਾਲ ਲੱਗਦੇ 2,27,000 ਨੋ ਸ਼ੋ ਹੋਏ ਆ। ਮਤਲਬ ਬੁਕਿੰਗ ਹੋ ਗਈ 2,27,000 ਤੇ ਬੰਦਾ ਵੈਕਸੀਨ ਲਵਾਉਣ ਹੀ ਨਹੀਂ ਆਇਆ ਕਿਉਂਕਿ ਉਹ ਕਿਤੇ ਹੋਰ ਲਵਾ ਚੁੱਕਾ ਸੀ। ਤੇ ਕੁਦਰਤੀ ਹੈ ਜਿਹੜੀ ਉਹਦੇ ਲਈ ਵੈਕਸੀਨ ਉਹਨਾਂ ਨੇ ਤਿਆਰ ਕਰਕੇ ਰੱਖੀ ਸੀ ਉਹਨੇ ਤਾਂ ਥੋੜ੍ਹੇ ਚਿਰ ਦੇ ਵਿੱਚ ਐਕਸਪਾਇਰ ਹੋ ਜਾਣਾ। ਔਰ ਜਿਹੜੇ ਡਾਕਟਰ ਬੈਠੇ ਆ ਉੱਥੇ, ਤੁਸੀਂ ਬੰਦਾ ਜਿਹੜਾ ਡਾਕਟਰ ਲਾਉਣ ਵਾਲਾ ਸੀ, ਜਿਹੜਾ ਇਹ ਵੈਕਸੀਨ ਲਾਉਂਦੇ ਆ ਫਿਜ਼ੀਸ਼ੀਅਨ, ਉਹਨੂੰ $170 ਤੋਂ ਲੈ ਕੇ $220 1 ਘੰਟੇ ਦੇ ਸਰਕਾਰ ਨੇ ਦਿੱਤੇ ਆ ਡਾਕਟਰ ਨੂੰ। ਹੁਣ $220 ਘੰਟੇ ਦੇ ਡਾਕਟਰ ਨੂੰ ਮਿਲ ਰਿਹਾ, ਵੈਕਸੀਨ ਦੀ ਬੁਕਿੰਗ ਹੋ ਗਈ ਹੈ ਤੇ ਲਵਾਉਣ ਵਾਲਾ ਉੱਥੇ ਆ ਹੀ ਨਹੀਂ ਰਿਹਾ। ਇੱਕ ਪਾਸੇ ਤੇ ਉਹ ਪੈਸਾ ਵੇਸਟ ਹੋ ਰਿਹਾ, ਦੂਜੇ ਪਾਸੇ ਜਿਹੜੀ ਵੈਕਸੀਨ ਸੀਗੀ ਉਹ ਵੇਸਟ ਹੋ ਰਹੀ ਹੈ। ਦੋਹਰਾ ਨੁਕਸਾਨ ਅਸਲ ਦੇ ਵਿੱਚ ਟੈਕਸਪੇਅਰ ਦੇ ਪੈਸੇ ਦਾ ਹੋਇਆ। ਹੁਣ ਉਹਦੀ ਜਾਂਚ ਪੜਤਾਲ ਚੱਲ ਰਹੀ ਹੈ ਵੀ ਇਹਦੇ ਲਈ ਜ਼ਿੰਮੇਵਾਰ ਕੌਣ ਆ ਤੇ ਕੌਣ ਜਿਹਦੇ ਲਈ ਜ਼ਿੰਮੇਵਾਰ ਹੈਗਾ ਜਿਸ ਕਰਕੇ ਇਹ ਹੋਇਆ। ਆਡੀਟਰ ਜਨਰਲ ਦੀ ਜਾਂਚ ਪੜਤਾਲ ਕਰ ਰਿਹਾ। 18.7 ਮਿਲੀਅਨ ਕਹਿੰਦੇ ਪੇ ਕੀਤਾ ਗਿਆ ਸੀ ਪ੍ਰਾਈਵੇਟ ਕੰਪਨੀਜ਼ ਨੂੰ ਕਿ ਜਿਹੜੀ ਅੰਡਰ ਯੂਟੀਲਾਈਜੇਸ਼ਨ ਕੋਵਿਡ-19 ਦੀ ਟੈਸਟਿੰਗ ਆ ਉਹਨੂੰ, ਤੇ ਦੂਜੀਆਂ ਚੀਜ਼ਾਂ ਦੇ ਲਈ ਤੁਹਾਨੂੰ ਇੱਥੇ ਵੀ ਯਾਦ ਹੋਊਗਾ ਕਿ ਕੈਨੇਡਾ ਦੇ ਕੋਲ ਆਪਣੀ ਵੈਕਸੀਨ ਨਹੀਂ ਸੀਗੀ। ਇਹਨਾਂ ਨੇ ਕਈ ਕੰਪਨੀਆਂ ਨੂੰ ਕੋਵਿਡ ਤੋਂ ਪਹਿਲਾਂ, ਜਿਹੜਾ ਕੋਵਿਡ ਜਦੋਂ ਹੋਇਆ ਸੀ ਵੈਕਸੀਨ ਆਉਣੀ ਸੀ ਉਹ ਤੋਂ ਪਹਿਲਾਂ ਡਾਊਨ ਪੇਮੈਂਟ ਦੇ ਦਿੱਤੀ ਸੀ ਕਿ ਸਾਨੂੰ ਅਪ ਫਰੰਟ ਪੇ ਕਰ ਦਿੱਤਾ ਸੀ ਕਿ ਜਦੋਂ ਵੀ ਤੁਹਾਡੀ ਵੈਕਸੀਨ ਆ ਗਈ ਸਾਨੂੰ ਦੇ ਦਿਓ। ਔਰ ਉਹ ਜਿੰਨੀ ਕੈਨੇਡਾ ਦੀ ਆਬਾਦੀ ਹੈ ਉਹ ਤੋਂ ਵੀ ਕਿਤੇ ਜ਼ਿਆਦਾ ਸੀਗੀ ਕਿਉਂਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਹਦੇ ਪਾਸਿਓਂ ਵੈਕਸੀਨ ਆਉਣੀ ਹੈ। ਹੁਣ ਆਈ ਵੈਕਸੀਨ ਜਿਹੜੀ ਇਸ ਵੇਲੇ ਵੀ ਇੱਕ ਸੈਂਟਰਲਾਈਜ਼ ਬੁਕਿੰਗ ਸਿਸਟਮ ਨਾ ਹੋਣ ਕਰਕੇ ਜਿਹੜੀ ਵੇਸਟ ਹੋਈ ਆ, ਇਹਦੇ ਬਾਰੇ ਹੁਣ ਗੱਲਾਂ ਬਾਤਾਂ ਤੇ ਜਾਂਚ ਪੜਤਾਲ ਸਾਰੀ ਗੱਲਬਾਤ ਇਸੇ ਤਰ੍ਹਾਂ ਚੱਲ ਰਹੀ ਹੈ। ਗੈਂਗਸ ਦੇ ਬਾਰੇ ਖਾਸ ਗੱਲਬਾਤ ਕਿ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਾਸ ਕਰ ਵੈਨਕੂਵਰ ਦੇ ਵਿੱਚ ਡਰੱਗ ਜਿਹੜੀ ਇੱਧਰ ਉੱਧਰ ਹੁੰਦੀ ਆ
ਉਹਦੇ ਸੰਬੰਧੀ 6 ਜਣਿਆਂ ਨੂੰ ਫੜਿਆ ਗਿਆ ਸੀ ਤੇ ਜਿਹੜੇ ਕਿ ਮੰਨਿਆ ਜਾ ਰਿਹਾ ਕਿ ਇਸ ਡਰੱਗ ਟ੍ਰੈਫਿਕਿੰਗ ਦੇ ਲਈ ਜ਼ਿੰਮੇਵਾਰ ਸੀਗੇ। ਆਰਗੇਨਾਈਜ਼ਡ ਕ੍ਰਾਈਮ ਗਰੁੱਪ ਇੱਕ ਜਿਹੜਾ ਹੈਗਾ ਆ ਉਹਦੇ ਲਈ ਦ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ BC CFSEU BC ਜਿਹੜਾ ਉਹ ਦੱਸਦੇ ਆ ਕਿ ਜੁਲਾਈ 2020 ਨੂੰ ਉਹਨਾਂ ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਡਰੱਗ ਟ੍ਰੈਫਿਕਿੰਗ ਐਕਟੀਵਿਟੀਜ਼ ਵੈਨਕੂਵਰ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਹੁੰਦੀਆਂ ਸੀ। ਯੂਨਿਟ ਇਹ ਗੱਲਬਾਤ ਕਹਿ ਰਿਹਾ ਕਿ ਇਹਨਾਂ ਨੇ ਇੱਕ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਸੀਗਾ ਉੱਥੇ ਇਨਵੈਸਟੀਗੇਸ਼ਨ ਕੀਤੀ ਤੇ ਬਹੁਤ ਸਾਰੇ ਜਿਹੜੇ ਸਸਪੈਕਟ ਸੀਗੇ ਕਈ ਲੋਕੇਸ਼ਨਸ ਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਉਹਨਾਂ ਨੂੰ ਅਕਤੂਬਰ 2020 ਤੋਂ ਲੈ ਕੇ ਮਈ 2021 ਦੇ ਵਿੱਚ ਫੜਿਆ ਗਿਆ। ਚੀਫ ਆਫੀਸਰ ਨੇ ਜਿਹੜੇ ਇਹਦੇ CFSEU BC ਦੇ ਮੈਨੀ ਮਾਨ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਸਾਰੇ ਚਾਰजेस ਇਹਦੇ ਵਿੱਚੋਂ ਜਿਹੜੇ ਸਾਹਮਣੇ ਆਏ ਆ ਤੇ ਉਹ ਇਹਨਾਂ ਦੇ ਉੱਤੇ ਲਾਏ ਗਏ ਆ। ਹੁਣ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਕੁਛ ਨਾ ਕੁਛ ਰੁਕੂਗਾ। ਇਨਵੈਸਟੀਗੇਸ਼ਨ ਜਦੋਂ ਪੁਲਿਸ ਨੇ ਕੀਤੀ ਸੀ ਤੇ ਕਈ ਹਥਿਆਰ 7 ਫਾਇਰ ਆਰਮ ਇਹਨਾਂ ਤੋਂ ਫੜੇ ਸੀ। 1000 ਜਿਹੜੀ ਰਾਉਂਡ ਨੇ ਉਹ ਐਮੂਨੀਸ਼ਨ ਦੇ ਅਸਲੇ ਦੇ ਫੜੇ ਗਏ ਸੀਗੇ। 10 ਕਿਲੋ ਫੈਂਟਾਨਿਲ ਫੜੀ ਸੀ, ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਇਹ ਅਮਾਊਂਟ ਆ। 3 ਕਿਲੋ ਕੋਕੇਨ ਫੜੀ ਸੀ। 6 ਕਿਲੋ ਇਹਨਾਂ ਦੇ ਕੋਲੋਂ ਮੈਥਾਫੈਂਟਾਮਾਈਨ ਫੜੀ ਗਈ ਸੀ। 72 ਕਿਲੋ ਇਹਨਾਂ ਦੇ ਕੋਲੋਂ ਜਿਹੜੇ ਕਟਿੰਗ ਏਜੰਟਸ ਆ ਉਹ ਫੜੇ ਗਏ ਸੀ ਤੇ 1,60,000 ਦੇ ਕਰੀਬ ਕੈਸ਼ ਤੇ 3 ਵਹੀਕਲ ਇਹਨਾਂ ਦੇ ਕੋਲ ਸੀਗੇ। 40 ਚਾਰजेस ਇਹਨਾਂ ਦੇ ਵਿੱਚ 6 ਜਣਿਆਂ ਦੇ ਉੱਤੇ ਲੱਗੇ ਆ ਤੇ ਇਨਵੈਸਟੀਗੇਸ਼ਨ ਦਾ ਨਤੀਜਾ ਇਹ ਆ ਕਿ ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਆਫ ਕੈਨੇਡਾ ਆ ਉਹਨਾਂ ਨੇ ਅਪਰੂਵ ਕੀਤੇ ਆ ਬਹੁਤ ਸਾਰੇ ਕ੍ਰਿਮੀਨਲ ਚਾਰजेस ਇਹਨਾਂ ਦੇ 6 ਜਣਿਆਂ ਦੇ ਵਿੱਚ ਵੱਖ-ਵੱਖ ਦੇ ਉੱਤੇ ਜਿਹੜੇ ਇਹ ਚਾਰजेस ਲਾਏ ਗਏ ਆ ਤੇ ਹੁਣ ਇਹਨਾਂ ਦੇ ਉੱਤੇ ਅਗਲੀ ਕਾਰਵਾਈ ਕੁਦਰਤੀ ਤੌਰ ਦੇ ਉੱਤੇ ਹੋਊਗੀ। ਇਹਦੇ ਨਾਲ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਕ੍ਰਿਮੀਨਲ ਨੂੰ ਫੜਨ ਦੇ ਵਿੱਚ ਤੇ ਕ੍ਰਾਈਮ ਨੂੰ ਰੋਕਣ ਦੇ ਵਿੱਚ ਵੱਡਾ ਫਰਕ ਪਊਗਾ। ਅਗਲੀ ਖਬਰ ਵੈਨਕੂਵਰ ਤੋਂ ਹੀ ਆ। ਵੈਨਕੂਵਰ ਦੇ ਵਿੱਚ ਐਡੀਸ਼ਨਲ 100 ਹੋਰ ਪੁਲਿਸ ਅਫਸਰ ਰੱਖੇ ਜਾ ਰਹੇ ਆ ਜਿਹਦੇ ਨਾਲ ਤਾਂ ਕਿ ਉੱਥੇ ਕ੍ਰਾਈਮ ਨੂੰ ਤੇ ਘੱਟ ਕੀਤਾ ਜਾ ਸਕੇ, ਲੋਕਾਂ ਨੂੰ ਹੋਰ ਜਿਹੜਾ ਸੇਫ ਸਿਟੀ ਦਿੱਤਾ ਜਾ ਸਕੇ। ਹੁਣ ਜੇਕਰ ਕਿਉਂਕਿ ਵੈਨਕੂਵਰ ਦੇ ਵਿੱਚ ਲੋਕਲ ਉੱਥੋਂ ਦੀ ਪੁਲਿਸ ਆ, ਵੈਨਕੂਵਰ ਪੁਲਿਸ ਡਿਪਾਰਟਮੈਂਟ ਆ VPD ਆ ਤੇ ਉਹਨਾਂ ਦੇ 100 ਹੋਰ ਪੁਲਿਸ ਆਫੀਸਰ ਰੱਖਣ ਦਾ ਮਤਲਬ ਆ ਕਿ ਬਜਟ ਵਧਣਾ ਤੇ ਉਹ ਕਹਿੰਦੇ ਪ੍ਰੋਪਰਟੀ ਟੈਕਸ ਲੋਕਾਂ ਦਾ ਵੱਧ ਜਾਊਗਾ। ਹੋਮ ਓਨਰਸ ਦਾ ਪ੍ਰੋਪਰਟੀ ਟੈਕਸ ਵਧਣ ਦੀ ਗੱਲਬਾਤ ਕੀਤੀ ਜਾ ਰਹੀ ਆ। ਜਿਹੜਾ ਡਰਾਫਟ ਬਜਟ ਆ ਉਹ ਸੁਜੈਸਟ ਕਰ ਰਿਹਾ ਆ ਕਿ ਟੈਕਸ ਜਿਹੜਾ ਆ ਉਹ 5% ਤੱਕ ਵੱਧ ਸਕਦਾ ਆ। ਜਿੰਨਾ ਪੈਸਾ ਇਹਨਾਂ 100 ਆਫੀਸਰ ਦੇ ਉੱਤੇ ਲੱਗਣਾ ਆ ਉਹਨੂੰ ਬਰਾਬਰ ਕਰਨ ਦੇ ਲਈ। ਮਤਲਬ ਇਹ ਆ ਕਿ ਪ੍ਰੋਪਰਟੀ ਟੈਕਸ ਜਿਹੜਾ ਆ 7% ਤੋਂ ਜ਼ਿਆਦਾ ਕਹਿੰਦੇ ਇੱਕ ਵਾਰੀ ਵੱਧ ਸਕਦਾ ਆ ਤੇ ਨਿਊ ਆਫੀਸਰਸ ਤੇ 20 ਸਿਵਿਲੀਅਨ ਸਟਾਫ ਭਰਤੀ ਕੀਤਾ ਜਾਣਾ ਆ। ਜਿਹੜਾ ਵੈਨਕੂਵਰ ਪੁਲਿਸ ਬੋਰਡ ਦੱਸਦਾ ਹੈ ਕਿ ਜਿਹੜਾ ਪ੍ਰਪੋਜ਼ ਕੀਤਾ ਗਿਆ ਹੈ ਨਵੀਂ ਕੌਂਸਲ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਸਟਾਫ ਦੇ ਉੱਤੋਂ ਲੈ ਰਹੀ ਹੈ। ਪ੍ਰੀਲਿਮਿਨਰੀ ਬਜਟ ਡਿਸਕਸ਼ਨ ਸਿਟੀ ਹਾਲ ਦੇ ਵਿੱਚ ਹੋਈ ਆ ਤੇ ਉਹਦੇ ਵਿੱਚੋਂ ਹੁਣ ਇਹ ਗੱਲਬਾਤ ਸਾਹਮਣੇ ਆ ਰਹੀ ਹੈ। ਪ੍ਰਪੋਜ਼ਲ ਜਿਹੜਾ ਆ ਬਹੁਤ ਸਾਰੇ ਸੁਜੈਸ਼ਨਸ ਜਿਹੜੇ ਕੈਨਸਿਮ ਤੇ ABC ਪਾਰਟੀ ਉਹਨਾਂ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਸੀਗਾ ਕਿ ਮਨੀ ਕਿ ਜਿਹੜੀ ਰੀਪ੍ਰਾਇਓਰਟਾਈਜ਼ ਕੀਤੀ ਜਾਊਗੀ, ਫੰਡਿੰਗ ਉਧਰਲੇ ਪਾਸਿਓਂ ਆਊਗੀ ਤੇ ਸਟਾਫ ਨੇ ਜਿਹੜਾ ਕੌਂਸਲ ਨੂੰ ਦੱਸਿਆ ਕਿ ਉਹ ਬਹੁਤਾ ਕੁਛ ਟ੍ਰਿਮ ਕਰਨ ਦੇ ਲਈ ਨਹੀਂ ਹੈ। ਸੋ ਹੁਣ ਇਹਦੇ ਤੋਂ ਬਾਅਦ ਕਿੰਨਾ ਕੁ ਪ੍ਰੋਪਰਟੀ ਟੈਕਸ ਵੱਧਦਾ ਆ, ਪ੍ਰੋਪਰਟੀ ਟੈਕਸ ਵੱਧਦਾ ਤੇ ਉਹਨਾਂ ਦੇ ਨਾਲ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਆ, ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰ ਨੇ। ਪਰ ਹੁਣ ਲੱਗਦਾ ਹੈ ਕਿ ਜਿਹੜਾ ਇੰਪਰੂਵਮੈਂਟ ਦਾ ਕੰਟੀਨਿਊਸ ਪ੍ਰੋਸੈਸ ਆ ਉਹਦੇ ਵਿੱਚ ਲੋਕਾਂ ਦੀ ਸੇਫਟੀ ਸਿਕਿਉਰਿਟੀ ਉਹ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪ੍ਰੋਪਰਟੀ ਟੈਕਸ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਇਸ ਕਰਕੇ ਅਫੋਰਡੇਬਿਲਟੀ ਵੀ ਇੱਕ ਬਹੁਤ ਵੱਡਾ ਇਹਨਾਂ ਥਾਵਾਂ ਦੇ ਉੱਤੇ ਇਸ਼ੂ ਬਣਿਆ ਹੋਇਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।